ਵਾਹਿਗੁਰੂ ਸਾਹਿਬ ਜੀ। ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਿਗੋਬਿੰਦ। ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਮੈ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵਿਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਰਾਏ ਪਾਤੀ ਲਿਖੀ ਧੀਰ ਬਾਲਕ ਸਾਥ। ਆਪਣੀ ਮਹਿਮਾ ਬਹੁ ਬਿਦ ਜਿਨ ਬੀਤੀ ਸਭ ਗਾਤ। ਰਾਮ ਰਾਏ ਪਾਤੀ ਲਿਖੀ ਧੀਰ ਬਾਲਕ ਸਾਥ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਸਤ ਸੰਗਤ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਸ਼ਾਂਤੀ ਦੇ ਪੁੰਜ ਧਰਮ ਰੱਖਿਅਕ ਦੇਗ ਦੇਗ ਦੇ ਧਨੀ ਸ਼ਸਤਰ ਧਾਰੀ ਸਰੂਪ ਨਾਵੇਂ ਪਾਤਸ਼ਾਹ ਦੇ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਜੀ ਵਿਖੇ ਮਹਾਰਾਜ ਦੀ ਕਿਰਪਾ ਨਾਲ ਆਪਾਂ ਨੂੰ ਦਰਸ਼ਨ ਦੀਦਾਰੇ ਪ੍ਰਾਪਤ ਹੋਏ ਹਨ। ਸਤਿਗੁਰੂ ਸਾਹਿਬ ਜੀ ਦੇ ਚਰਨ ਕਮਲਾਂ ਦੇ ਵਿੱਚ ਹਾਜ਼ਰੀ ਭਰਨ ਦਾ ਸਮਾਂ ਮਿਲਿਆ ਹੈ। ਆਓ ਸਮੇਂ ਨੂੰ ਲੇਖੇ ਲਾਈਏ, ਸਫਲਿਆਂ ਕਰੀਏ ਨਾਵੇਂ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਲੈਣ ਵਾਸਤੇ। ਚੱਲ ਰਹੇ ਲੜੀਵਾਰ ਇਤਿਹਾਸ ਦੇ ਪ੍ਰਸੰਗ ਵਿੱਚ ਹਾਜ਼ਰੀ ਭਰੀਏ। ਗੁਰ ਇਤਿਹਾਸ ਦੀ ਕਥਾ ਜਿਹਦੇ ਵਿੱਚ ਗੁਰੂ ਹਰਿਰਾਏ ਸਾਹਿਬ ਸਤਵੇਂ ਪਾਤਸ਼ਾਹ ਦੇ ਜੀਵਨ ਦੇ ਪ੍ਰਸੰਗ ਆਪਾਂ ਸੁਣਾ ਰਹੇ ਹਾਂ। ਕੱਲ੍ਹ ਤੀਕਰ ਆਪ ਜੀ ਨੇ ਇੱਥੋਂ ਤੀਕਰ ਸਾਖੀ ਸੁਣੀ ਹੈ ਵੀ ਜਦੋਂ ਗੁਰੂ ਹਰਿਰਾਏ ਸਾਹਿਬ ਜੀ ਦੇ ਦਰ 'ਤੇ ਆ ਕਰਕੇ ਤੇ ਬ੍ਰਾਹਮਣ ਨੇ ਆਪਣਾ 12 ਸਾਲ ਦਾ ਮਰਿਆ ਹੋਇਆ ਪੁੱਤਰ ਪਾ ਦਿੱਤਾ ਵੀ ਸਤਿਗੁਰੂ ਇਹਨੂੰ ਜਿਉਂਦਿਆਂ ਕਰੋ, ਨਹੀਂ ਤਾਂ ਅਸੀਂ ਵੀ ਪਤੀ ਪਤਨੀ ਚੜ੍ਹਾਈ ਕਰ ਜਾਵਾਂਗੇ। ਗੁਰਾਂ ਨੇ ਭਾਣੇ 'ਚ ਰਹਿਣ ਦਾ ਉਪਦੇਸ਼ ਦੇ ਕੇ ਸਿੱਖਾਂ ਨੂੰ ਭੇਜਿਆ। ਫਿਰ ਦੀਵਾਨ ਵਿੱਚ ਸੰਗਤ ਵਾਰ-ਵਾਰ ਕਹਿੰਦੀ ਰਹੀ ਮਹਾਰਾਜ ਜਿਉਂਦਿਆਂ ਕਰੋ, ਜਿਉਂਦਿਆਂ ਕਰੋ। ਅਖੀਰ ਸਤਿਗੁਰਾਂ ਕਿਹਾ ਕੋਈ ਆਪਣੇ ਪ੍ਰਾਣ ਦਿਓ ਤਾਂ ਇਹਨੂੰ ਅਸੀਂ ਜਿਉਂਦਿਆਂ ਕਰ ਦਿੰਦੇ ਹਾਂ। ਤੀਸਰੀ ਵਾਰ ਕਹਿਣ 'ਤੇ ਬਾਕੀ ਕਹਿਣ ਵਾਲੇ ਸਿਫਾਰਸ਼ੀ ਲੋਕ ਤਾਂ ਉੱਠੇ ਨਹੀਂ। ਭਾਈ ਭਗਤੂ ਦਾ ਪੁੱਤਰ ਜੀਵਨ ਉਹ ਮਹਾਰਾਜ ਨੂੰ ਪਿੱਛੇ ਨਮਸਕਾਰ ਕਰਕੇ ਜਾ ਕੇ ਚੜ੍ਹਾਈ ਕਰ ਗਿਆ। ਬ੍ਰਾਹਮਣ ਦਾ ਪੁੱਤਰ ਜੀਉ ਪਿਆ।
ਗੁਰਾਂ ਪੁੱਛਿਆ ਪਤਾ ਕਰੋ ਵੀ ਕਿਹੜੇ ਸਿੱਖ ਨੇ ਪ੍ਰਾਣ ਦਿੱਤੇ ਆ। ਪਤਾ ਲੱਗਾ ਮਹਾਰਾਜ ਭਾਈ ਭਗਤੂ ਦਾ ਛੋਟਾ ਪੁੱਤਰ ਜੀਵਨ ਇੱਥੋਂ ਕੱਲਾ ਉੱਠ ਕੇ ਗਿਆ ਸੀ। ਉਹਦੇ ਮਗਰ ਸਿੱਖ ਭੇਜੇ, ਜਾ ਕੇ ਵੇਖਿਆ ਡੇਰੇ 'ਚ ਚਾਦਰ ਤਾਣ ਕੇ ਭੋਏ ਲੰਮੇ ਪਏ ਨੇ। ਜਦੋਂ ਚਾਦਰ ਉਘੇੜ ਕੇ ਵੇਖਿਆ ਵੀ ਸਵਾਸ ਨਹੀਂ ਚੱਲਦੇ, ਪ੍ਰਾਣ ਤਿਆਗ ਚੁੱਕੇ ਨੇ। ਦੱਸਿਆ ਮਹਾਰਾਜ ਭਾਈ ਭਗਤੂ ਦਾ ਪੁੱਤਰ ਜੀਵਨ ਚੜ੍ਹਾਈ ਕਰ ਗਿਆ, ਉਹਨੇ ਪ੍ਰਾਣ ਦਾਨ ਦਿੱਤੇ ਆ। ਸਾਹਿਬ ਕਹਿੰਦੇ ਜਾਓ, ਪਹਿਲਾਂ ਤਾਂ ਰੋਸ ਕੀਤਾ ਸੰਗਤ ਦੇ ਵਿੱਚ ਵੀ ਤੁਸੀਂ ਇਹ ਚੰਗਾ ਨਹੀਂ ਕੀਤਾ ਵੀ ਬ੍ਰਾਹਮਣ ਦਾ ਪੁੱਤਰ ਜਵਾਲ ਕੇ ਸਾਡਾ ਪੁੱਤਰ ਜਿਹੜਾ ਹੈ ਉਹ ਮਾਰਤਾ ਹੈ, ਵੀ ਪਰਮੇਸ਼ਰ ਦੇ ਭਾਣੇ ਨੂੰ ਨਹੀਂ ਮੰਨਿਆ। ਫਿਰ ਕਹਿੰਦੇ ਜਾਓ ਉਹਦਾ ਕੋਈ ਪੁੱਤਰ ਹੈ ਤਾਂ ਲਿਆਓ। ਪਤਾ ਕੀਤਾ, ਨਗਰ ਦੇ ਸਿੱਖ ਆਏ। ਮਹਾਰਾਜ ਹਾਲਾਂ ਤੇ 18 ਵਰਿਆਂ ਦਾ ਮਕਲਾਵਾ ਹੀ ਲੈ ਕੇ ਆਇਆ ਸੀ ਕੁਝ ਮਹੀਨੇ ਪਹਿਲਾਂ। ਪੁੱਤਰ ਤਾਂ ਕੋਈ ਹੈ ਨਹੀਂ, ਉਸ ਇੰਨਾ ਸਾਨੂੰ ਪਤਾ ਹੈ ਵੀ ਉਹਦੀ ਘਰਵਾਲੀ ਨੇ ਗਰਭ ਧਾਰਨ ਕੀਤਾ। ਸਤਿਗੁਰੂ ਕਹਿੰਦੇ ਠੀਕ ਹੈ, ਜੋ ਬੱਚਾ ਪੈਦਾ ਹੋਏਗਾ ਉਹਦਾ ਨਾਮ ਸੰਤ ਦਾਸ ਰੱਖਿਓ। ਇਹ ਗੁਰੂ ਸਾਹਿਬ ਦਾ ਹੁਕਮ ਹੋ ਗਿਆ। ਕਹਿੰਦੇ ਵੀ ਇੱਕ ਤੋਂ ਹੀ ਬੰਸ ਵਧਾ ਦੇਵਾਂਗੇ। ਵੱਡੇ ਭਰਾ ਇਹਦੇ ਗੌਰੇ ਦਾ ਤੇ ਪਰਿਵਾਰ ਜਿਹੜਾ ਹੈ ਉਹ ਇੰਨਾ ਨਹੀਂ ਵਧੂਗਾ, ਪਰ ਇਹਦਾ ਹਜ਼ਾਰਾਂ ਦੀ ਗਿਣਤੀ ਜੀ ਅੱਗੇ ਪਰਿਵਾਰ ਵਧਾ ਦਾਂਗੇ। ਭਾਈ ਸੰਤੋਖ ਸਿੰਘ ਨੇ ਗਵਾਹੀ ਦਿੱਤੀ ਵੀ 3 ਪਿੰਡ ਤਾਂ ਭਾਈ ਜੀਵਨ ਦੇ ਪੁੱਤਰ ਤੋਂ ਅੱਗੇ ਵੱਸਦੇ ਹੋਏ ਅਸੀਂ ਆਪ ਅੱਖੀਂ ਵੇਖੇ ਆ, ਤੇ ਭਾਈ ਗੌਰੇ ਦੇ ਪਰਿਵਾਰ ਦੇ 20 ਕੀ ਮੈਂਬਰ ਹਨ। ਇਹ ਵੀ ਗੁਰੂ ਹਰਿ ਸਾਹਿਬ ਜੀ ਨੇ ਬਖਸ਼ਿਸ਼ਾਂ ਕਰਕੇ ਤੇ ਸੰਸਕਾਰ ਕੀਤਾ। ਫਿਰ ਇੱਕ ਦਿਨ ਗੰਗਸਰ ਖੂਹ ਦੇ ਇਸ਼ਨਾਨ ਕਰ ਰਹੇ ਸਨ, ਦੀਵਾਨ ਸਜਾ ਲਿਆ। ਅੰਮ੍ਰਿਤ ਵੇਲੇ ਨਗਰ ਦੇ ਬਜ਼ੁਰਗਾਂ ਨੂੰ ਪੁੱਛਿਆ ਵੀ ਇਹ ਖੂਹ ਕਿਵੇਂ ਲਾਇਆ ਪੰਜਵੇਂ ਪਾਤਸ਼ਾਹ। ਉਹਨਾਂ ਸਾਰੀ ਸਾਖੀ ਦੱਸੀ ਵੀ ਮਹਾਰਾਜ ਜਦੋਂ ਨਗਰ ਵਸ ਗਿਆ ਸੀ ਤਾਂ ਪੰਜਵੇਂ ਪਾਤਸ਼ਾਹ ਇੱਥੇ ਦੀਵਾਨ ਲਾ ਕੇ ਬੈਠੇ ਸਨ। ਸੋਹਣੀ ਥਾਂ ਵੇਖ ਕੇ ਲੋਕਾਂ ਦੇ ਨਗਰ ਦੇ ਭਲੇ ਕਲਿਆਣ ਵਾਸਤੇ ਮਹਾਰਾਜ ਕਹਿੰਦੇ ਇੱਥੇ ਵੱਡਾ ਸਾਰਾ ਖੂਹ ਲਾਈਏ। ਅਰਦਾਸ ਕਰਕੇ ਖੂਹ ਦੀ ਪਟਾਈ ਦਾ ਪਹਿਲਾ ਟੱਕ ਪੰਜਵੇਂ ਪਾਤਸ਼ਾਹ ਨੇ ਆਪ ਲਾਇਆ। ਸੰਗਤ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਲੈਂਦੇ ਰਹੇ। ਥੋੜ੍ਹੇ ਸਮੇਂ 'ਚ ਖੂਹ ਤਿਆਰ ਹੋਇਆ। ਕਾਰੀਗਰ ਲਾ ਕੇ ਅੰਦਰੋਂ ਪੱਕਾ ਕੀਤਾ। ਮਹਾਰਾਜ ਨੇ ਮਹਾਤਮ ਕਿਹਾ ਵੀ ਇਹ 'ਚ ਇਸ਼ਨਾਨ ਕਰਨਾ ਗੰਗਾ ਨਾਲੋਂ ਵੀ ਪਵਿੱਤਰ ਹੋਵੇਗਾ ਜਿਹੜਾ ਸਿੱਖ ਇਸ ਖੂਹ 'ਚ ਇਸ਼ਨਾਨ ਕਰੇਗਾ। ਸ਼ੱਕਰ ਗੰਗੇ ਦਾ ਨਾਮ ਹੈ। ਸ਼ੱਕਰ ਵਰਗਾ ਪਾਣੀ ਹੋਣ ਕਰਕੇ ਮਿੱਠਾ, ਤੇ ਗੰਗ ਗੰਗਾ ਵਾਂਗ ਪਾਵਨ ਜਲ ਹੋਣ ਕਰਕੇ ਪਵਿੱਤਰ ਸ਼ੱਕਰ ਗੰਗ ਕਿਹਾ ਹੈ। ਸੋ ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਨੇ ਇਹ ਖੂਹ ਦੀ ਸਾਖੀ ਸੁਣ ਕੇ ਕਥਾ ਸੁਣਾਉਣ ਵਾਲਿਆਂ ਦੇ ਬਹੁਤ ਹੀ ਖੁਸ਼ੀ ਕੀਤੀ। ਇੱਥੋਂ ਤੱਕ ਆਪਾਂ ਪ੍ਰਸੰਗ ਸਰਵਣ ਕੀਤੇ ਨੇ ਕੱਲ। ਆਓ ਇਸ ਤੋਂ ਅੱਗੇ ਜਿਵੇਂ ਮਹਾਰਾਜ ਸਾਹਿਬ ਜੀ ਦੇ ਪ੍ਰਸੰਗ ਆ ਰਹੇ ਨੇ, ਸਰਵਣ ਕਰਨ ਤੋਂ ਪਹਿਲਾਂ ਸਤਿਗੁਰੂ ਸਾਹਿਬ ਜੀ ਦੇ ਚਰਨ ਕਮਲਾਂ 'ਚ ਝੁਕਾਈਏ ਸੀਸ, ਰਸਨਾ ਕਰੋ ਪਵਿੱਤਰ। ਸਾਰੀ ਸੰਗਤ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਰਾਮ ਰਾਏ ਪਾਤੀ ਲਿਖੀ। ਸਾਧ ਸੰਗਤ ਜੀ, ਗੁਰੂ ਹਰਿ ਸਾਹਿਬ ਜੀ ਨੂੰ ਕਰਤਾਰਪੁਰ ਨਿਵਾਸ ਕਰਦਿਆਂ ਜਦੋਂ ਕੁਝ ਸਮਾਂ ਹੋਰ ਬਤੀਤ ਹੋਇਆ ਤੇ ਇੱਥੇ ਫਿਰ ਕੀ ਇੱਕ ਹੋਰ ਘਟਨਾ ਵਾਪਰੀ ਵੀ ਜੋ ਸਤਿਗੁਰਾਂ ਦਾ ਵੱਡਾ ਪੁੱਤਰ ਹੈ ਰਾਮ ਰਾਏ, ਜਿਹਨੂੰ ਮਹਾਰਾਜ ਨੇ ਗੁਰਬਾਣੀ ਦੀ ਬੇਅਦਬੀ ਕਰਨ ਕਰਕੇ ਛੇਕ ਦਿੱਤਾ, ਘਰੋਂ ਕੱਢਤਾ ਕਹਿ ਸਕਦੇ ਹਾਂ। ਉਹ ਰਾਮ ਰਾਏ ਨੇ ਦਿੱਲੀ ਵਿੱਚ ਬੈਠਿਆਂ ਇੱਕ ਚਿੱਠੀ, ਇੱਕ ਪੱਤਰਕਾ ਲਿਖੀ ਹੈ ਧੀਰਮਲ ਕੇ ਸਾਥ। ਆਪਣੇ ਤਾਇਆ ਧੀਰਮਲ ਦੇ ਨਾਲ, ਕਿਉਂਕਿ ਗੁਰੂ ਹਰਿ ਸਾਹਿਬ ਦੇ ਵੱਡੇ ਭਰਾਤਾ ਹਨ ਬਾਬਾ ਧੀਰਮਲ, ਤੇ ਰਾਮ ਰਾਏ ਜੀ ਦੇ ਤਾਇਆ ਜੀ ਲੱਗਦੇ ਨੇ। ਤੇ ਰਾਮ ਰਾਏ ਜੀ ਨੂੰ ਪਤਾ ਲੱਗਾ ਦਿੱਲੀ 'ਚ ਬੈਠੇ ਆ ਵੀ ਗੁਰੂ ਹਰਿ ਰਾਏ ਸਾਹਿਬ ਕਰਤਾਰਪੁਰ ਆਏ ਨੇ, ਤੇ ਧੀਰਮਲ ਨੂੰ ਆਪਣੇ ਤਾਏ ਦੇ ਨਾਲ ਚਿੱਠੀ ਲਿਖ ਕੇ, ਪੱਤਰਕਾ ਲਿਖ ਕੇ ਭੇਜੀ ਰਾਮ ਰਾਏ ਨੇ। ਆਪਣੀ ਮਹਿਮਾ ਬਹੁਤ ਵਿਦ। ਜਿਸ ਚਿੱਠੀ ਦੇ ਵਿੱਚ ਰਾਮ ਰਾਏ ਨੇ ਆਪਣੀ ਮਹਿਮਾ ਬਹੁਤ ਲਿਖੀ, ਬਹੁਤ ਆਪਣੀ ਵਡਿਆਈ ਕੀਤੀ। ਜਿਨ ਬੀਤੀ ਸਭ ਗਾਥ। ਜਿਵੇਂ ਦਿੱਲੀ ਦੇ ਵਿੱਚ ਸਾਰਾ ਸਮਾਂ ਬਤੀਤ ਹੋਇਆ,
ਜਿਵੇਂ ਦਿੱਲੀ ਦੇ ਵਿੱਚ ਕੌਤਕ ਕੀਤੇ, ਉਹ ਆਪਣੀ ਵਡਿਆਈ ਕਹਿੰਦਿਆਂ ਹੋਇਆਂ ਆਪਣੇ ਤਾਇਆ ਧੀਰਮਲ ਨੂੰ ਰਾਮ ਰਾਏ ਨੇ ਚਿੱਠੀ ਲਿਖ ਭੇਜੀ ਹੈ। ਜਾਓ ਭਾਈ ਸੁਣ ਤਾਇਆ ਜੀ ਇਹ ਵਿਪਰੀਤ। ਚਿੱਠੀ ਵਿੱਚ ਰਾਮ ਰਾਏ ਨੇ ਲਿਖਿਆ ਵੀ ਹੇ ਤਾਇਆ ਬਾਬਾ ਧੀਰਮਲ ਜੀ, ਜਿਹੜੀ ਉਲਟ ਗੱਲ ਹੋ ਰਹੀ ਹੈ ਮੇਰੇ ਨਾਲ ਸੁਣਨਾ ਕਰੋ। ਜਿਉ ਮੈਂ ਕਰੀ ਲਖੋ ਸੁਬਰੀਤ। ਤੇ ਵੇਖੋ ਵੀ ਜਿਵੇਂ ਮੈਂ ਕਾਰਜ ਕੀਤੇ ਹਨ, ਜਿਹੜੇ ਕੰਮ ਮੈਂ ਕੀਤੇ ਦਿੱਲੀ ਵਿੱਚ ਜਾ ਕਰਕੇ ਬਾਦਸ਼ਾਹ ਦੇ ਕੋਲ, ਉਹ ਵੀ ਸ਼ੁਭ ਰੀਤੀ ਮੇਰੀ ਚੰਗੇ ਕੰਮ ਜਾਣ ਲਵੋ। ਤੇ ਜਿਹੜਾ ਮੇਰੇ ਨਾਲ ਹੁਣ ਧੱਕਾ ਹੋ ਰਿਹਾ ਉਹ ਵੀ ਤੁਸੀਂ ਜਾਣਨਾ ਕਰੋ। ਦਿੱਲੀਪੁਰ ਮੈਂ ਅਵਰੰਗ ਤੀਰ। ਧੀਰਮਲ ਨੂੰ ਆਪਣੇ ਤਾਏ ਨੂੰ ਸੰਬੋਧਨ ਕਰਕੇ ਰਾਮ ਰਾਏ ਲਿਖਦਾ ਪੱਤਰਕਾ 'ਚ ਵੀ ਵੇਖੋ, ਸਭ ਤੋਂ ਪਹਿਲਾਂ ਜੋ ਦਿੱਲੀ ਦਾ ਰਾਜਾ ਔਰੰਗਜ਼ੇਬ ਬਾਦਸ਼ਾਹ ਹੈ, ਉਸ ਔਰੰਗਜ਼ੇਬ ਦੇ ਪਾਸ ਮਿਲਨ ਹੇਤ ਕਸਮ ਨਾ ਧਰ ਧੀਰ। ਉਹਨੇ ਇੱਕ ਆਪਣਾ ਭੇਜ ਕੇ ਮਨੁੱਖ ਕੀਰਤਪੁਰ ਸਾਹਿਬ ਕਿਹਾ ਸੀ ਵੀ ਮੈਨੂੰ ਗੁਰੂ ਹਰਿ ਸਾਹਿਬ ਜੀ ਨੂੰ ਕਹੋ ਇੱਥੇ ਆ ਕੇ ਮਿਲਣ। ਤੇ ਪਰ ਗੁਰੂ ਸਾਹਿਬ ਤਾਂ ਜਾਣਾ ਨਹੀਂ ਸਨ ਚਾਹੁੰਦੇ। ਤੇ ਵੇਖੋ ਰਾਮ ਰਾਏ ਕਹਿੰਦਾ ਹੇ ਤਾਇਆ ਧੀਰਮਲ ਜੀ, ਜਦੋਂ ਔਰੰਗਜ਼ੇਬ ਦੇ ਬੰਦੇ ਆਏ ਕੀਰਤਪੁਰ ਤਾਂ ਕੋਈ ਵੀ ਗੁਰੂ ਸਾਹਿਬ ਵੱਲੋਂ ਮਿਲਣ ਦੀ ਧੀਰਜ ਨਹੀਂ ਰੱਖਦਾ। ਉੱਥੇ ਬੇਦੀ ਸੋਢੀ ਭੱਲੇ ਹੋਰ ਅਨੁਸਾਰੀ ਬੰਸਾਂ ਦੇ ਸਾਹਿਬਜ਼ਾਦੇ ਵੀ ਬੈਠੇ ਸਨ, ਪਰ ਕਿਸੇ ਨੇ ਹੌਸਲਾ ਹੀ ਨਹੀਂ ਕੀਤਾ ਵੀ ਅਸੀਂ ਗੁਰੂ ਸਾਹਿਬ ਵੱਲੋਂ ਜਾ ਕੇ ਦਿੱਲੀ ਦੇ ਵਿੱਚ ਔਰੰਗਜ਼ੇਬ ਬਾਦਸ਼ਾਹ ਨੂੰ ਮਿਲੀਏ। ਅਟਕ ਰਹੇ ਲਖ ਕਰੂਰ ਗਡੇਰਾ। ਰਾਮ ਰਾਏ ਲਿਖਦਾ ਹੈ ਵੀ ਔਰੰਗਜ਼ੇਬ ਨੂੰ ਕਰੂਰ ਜਾਣ ਕੇ ਵੀ ਬਾਹਲਾ ਹੀ ਭੈੜੀ ਅਕਲ ਦਾ, ਬਹੁਤਾ ਪੁੱਠੇ ਦਿਮਾਗ ਦਾ, ਸਾਰੇ ਠਟਕ ਰਹੇ, ਠਠਿੰਬਰ ਗਏ। ਜਿਹਨੂੰ ਵੀ ਮਹਾਰਾਜ ਸਾਹਿਬ ਨੇ ਕਿਹਾ ਵੀ ਤੁਸੀਂ ਦਿੱਲੀ ਜਾਓ, ਉਹ ਕਹਿੰਦੇ ਮਹਾਰਾਜ ਹੋਰ ਜਿਹੜਾ ਕੰਮ ਕਹੋਗੇ ਉਹੀ ਕਰ ਲਾਂਗੇ, ਪਰ ਉੱਥੇ ਸਾਥੋਂ ਨਹੀਂ ਜਾ ਹੋਣਾ। ਐਵੇਂ ਰਾਮ ਰਾਏ ਕਹਿੰਦਾ ਵੀ ਹੇ ਧੀਰਮਲ ਤਾਇਆ ਜੀ, ਵੇਖੋ ਸਾਰੇ ਠਠਿੰਬਰ ਗਏ, ਸਾਰੇ ਹੀ ਡਰ ਗਏ ਦਿੱਲੀ ਜਾਣ ਤੋਂ। ਮਨ ਹੈ ਗੁਰਨਾ ਸਾਧ ਕਿਸ ਬੇਰਾ। ਸਾਰਿਆਂ ਨੂੰ ਪਤਾ ਸੀ ਵੀ ਔਰੰਗਜ਼ੇਬ ਐਸਾ ਭੈੜਾ ਏ ਵੀ ਉਹ ਕਿਸੇ ਗੁਰੂ ਪੀਰ ਨੂੰ ਨਹੀਂ ਮੰਨਦਾ, ਕਿਸੇ ਸਾਧੂ ਮਹਾਤਮਾ ਦਾ ਮਾਣ ਸਨਮਾਨ ਨਹੀਂ ਰੱਖਦਾ। ਅਜਮਤ ਜੁਤ ਕੇਤੇ ਮਰਵਾਏ। ਪਤਾ ਨਹੀਂ ਕਿੰਨੇ ਕੁ ਸ਼ਕਤੀਆਂ ਵਾਲੇ ਪੀਰ ਫਕੀਰ ਸਾਧੂ ਮਹਾਤਮਾ ਔਰੰਗਜ਼ੇਬ ਨੇ ਮਰਵਾਏ ਹਨ ਕਿ ਸਰਮਦ ਫਕੀਰ ਵਰਗੇ ਮਰਾ ਛੱਡੇ, ਇਹੋ ਜਿਹੇ ਹੋਰ ਕਈ ਮਹਾਤਮਾ ਮਰਵਾਏ। ਤੇ ਇਸ ਗੱਲ ਦਾ ਸਭ ਨੂੰ ਤਾਇਆ ਜੀ ਪਤਾ ਸੀ ਵੀ ਔਰੰਗਜ਼ੇਬ ਤਾਂ ਸ਼ਕਤੀਆਂ ਵਾਲਿਆਂ ਦਾ ਵੀ ਲਿਹਾਜ਼ ਨਹੀਂ ਕਰਦਾ। ਬਿਲਤ ਸਬਰ ਮੈਂ ਨਹਿ ਗਪਤਾਏ। ਸਾਰਿਆਂ 'ਚ ਇਹ ਗੱਲ ਪ੍ਰਗਟ ਹੈ, ਕਿਹੜੀ ਕੋਈ ਲੁਕੀ ਛੁਪੀ ਗੱਲ ਸੀ। ਹਰ ਇੱਕ ਨੂੰ ਪਤਾ ਹੈ ਔਰੰਗਜ਼ੇਬ ਦੇ ਪਾਪੀ ਸੁਭਾਅ ਦਾ। ਅਲਪ ਆਰ ਬਲ ਤਿਸ ਦਿਨ ਮੇਰੀ। ਪਰ ਰਾਮ ਰਾਏ ਕਹਿੰਦਾ ਏ ਵੀ ਹੇ ਤਾਇਆ ਧੀਰਮਲ ਜੀ, ਵੇਖੋ ਸਾਰੇ ਹੀ ਜਿਸ ਦਿਨ ਡਰ ਗਏ ਸਨ ਗੁਰਾਂ ਵੱਲੋਂ, ਕੋਈ ਵੀ ਜਾਣ ਲਈ ਹਾਂ ਨਹੀਂ ਸੀ ਭਰ ਰਿਹਾ। ਤੇ ਉਸ ਸਮੇਂ ਮੇਰੀ ਉਮਰ ਵੀ ਬਹੁਤੀ ਨਹੀਂ ਸੀ, ਉਮਰ ਕਰਕੇ ਵੀ ਮੈਂ ਕੋਈ ਬਹੁਤਾ ਸਿਆਣਾ ਨਹੀਂ ਸੀ, ਕੋਈ 13-14 ਵਰ੍ਹਿਆਂ ਦੇ ਕਰੀਬ ਮੇਰੀ ਉਮਰ ਆਯੂ ਸੀ। ਆਇ ਸਮਾਨੇ ਗੁਰ ਪਿਤ ਕੀਰੀ। ਪਰ ਫਿਰ ਵੀ ਜੇ ਗੁਰੂ ਪਿਤਾ ਗੁਰੂ ਹਰਿ ਸਾਹਿਬ ਨੇ ਕਿਹਾ ਵੀ ਪੁੱਤਰ ਤੂੰ ਜਾ ਦਿੱਲੀ, ਤਾਂ ਰਾਮ ਰਾਏ ਕਹਿੰਦਾ ਮੈਂ ਗੁਰੂ ਹਰਿ ਸਾਹਿਬ ਜੀ ਦੀ ਆਗਿਆ ਸਤ ਕਰਕੇ ਮੰਨ ਲਈ। ਬਿਨ ਸੰਸੇ ਤਿਆਰੀ ਕਰ ਲੀਨ। ਤੇ ਬਿਨਾਂ ਚਿੰਤਾ ਕੀਤਿਆਂ ਝਾਟੀ ਮੈਂ ਤਿਆਰੀ ਕਰ ਲਈ ਔਰੰਗਜ਼ੇਬ ਦੇ ਕੋਲ ਗੁਰਾਂ ਵੱਲੋਂ ਜਾਣ ਵਾਸਤੇ। ਸਤਿਗੁਰ ਬਚ ਪਰ ਨਿਸ਼ਚਾ ਕੀਨ। ਤੇ ਗੁਰੂ ਸਾਹਿਬ ਦੇ ਬਚਨਾਂ ਤੇ ਨਿਸ਼ਚਾ ਕੀਤਾ, ਜਿਹੜਾ ਉਹਨਾਂ ਕਿਹਾ ਸੀ ਵੀ ਅਸੀਂ ਤੇਰੇ ਸਹਾਈ ਹੋਵਾਂਗੇ। ਰਾਮ ਰਾਏ ਦਾ ਆਪਣੀ ਵਡਿਆਈ ਦੀਆਂ ਗੱਲਾਂ ਚਿੱਠੀ 'ਚ ਲਿਖ ਕੇ ਧੀਰਮਲ ਨੂੰ ਭੇਜ ਰਿਹਾ ਹੈ ਆਪਣੇ ਤਾਏ ਨੂੰ ਵੀ ਮੈਂ ਗੁਰੂ ਸਾਹਿਬ ਦਾ ਕਿਹਾ ਉਸ ਵੇਲੇ ਮੰਨ ਕੇ ਤਿਆਰ ਹੋ ਗਿਆ। ਹੁਣ ਗੁਰੂ ਦੇ ਕਹੇ ਦੇ ਭਰੋਸਾ ਕਰਕੇ ਹੀ ਤੁਰ ਪਿਆ ਉਸ ਪਾਪੀ ਦੇ ਕੋਲ। ਮਰਨ ਯਾਦ ਕੋ ਪੈ ਨਿਰਵਾਰਾ। ਰਾਮ ਰਾਏ
ਰਾਏ ਕਹਿੰਦਾ ਮੈਂ ਮਰਨ ਆਦਿਕ ਦਾ ਡਰ ਹੀ ਦੂਰ ਕੀਤਾ, ਇਹ ਡਰ ਹੀ ਨਹੀਂ ਰੱਖਿਆ ਵੀ ਕਿਤੇ ਔਰੰਗਜ਼ੇਬ ਮੈਨੂੰ ਵੀ ਮਰਵਾਉਂਦਾ ਨਾ ਹੋਵੇ। ਹੁਕਮ ਮਾਨ ਮਾਰਗ ਪਗਡਾਰਾ। ਗੁਰੂ ਸਾਹਿਬ ਦਾ ਆਪਣੇ ਪਿਤਾ ਦਾ ਹੁਕਮ ਮੰਨ ਕੇ ਦਿੱਲੀ ਦੇ ਰਸਤੇ ਨੂੰ ਮੈਂ ਪੈਰ ਪਾ ਕੇ ਚੱਲ ਪਿਆ। ਪਹੁੰਚਿਓ ਜਾਏ ਤੁਰਕਪੁਰ ਬੀਚ। ਤੇ ਫਿਰ ਹੇ ਤਾਇਆ ਧੀਰਮਲ ਜੀ ਮੈਂ ਵੇਖੋ ਕੀਰਤਪੁਰ ਤੋਂ ਚੱਲ ਕੇ ਦਿੱਲੀ ਸ਼ਹਿਰ ਦੇ ਵਿੱਚ ਤੁਰਕਾਂ ਦੀ ਪੁਰੀ ਦੇ ਵਿੱਚ ਪਹੁੰਚ ਗਿਆ, ਜਿੱਥੇ ਮੁਸਲਮਾਨਾਂ ਦਾ ਰਾਜ ਹੈ। ਜਹਾਂ ਸੰਤ ਦਰੋਹੀ ਮਤ ਨੀਚ। ਜਿੱਥੇ ਸੰਤ ਰੱਬ ਦੇ ਪਿਆਰਿਆਂ ਨਾਲ ਦਰੋਹ ਵੈਰ ਵਿਰੋਧ ਈਰਖਾ ਕਰਨ ਵਾਲੇ ਨੀਚ ਲੋਕ ਵਸਦੇ ਸਨ ਦਿੱਲੀ ਵਿੱਚ। ਹੋਰ ਵਕੀਨੇ ਕਪਟਕ ਬਡੇਰਾ। ਹੁਣ ਆਪਣੀਆਂ ਵਡਿਆਈਆਂ ਕਹਿ ਰਿਹਾ ਹੈ। ਅਸਲ 'ਚ ਵਡਿਆਈ ਤਾਂ ਗੁਰੂ ਸਾਹਿਬ ਦੀ ਸੀ, ਜਿਨ੍ਹਾਂ ਕਿਹਾ ਸੀ ਵੀ ਅਸੀਂ ਸਹਾਈ ਹੋਵਾਂਗੇ, ਪਰ ਫਿਰ ਵੀ ਰਾਮ ਰਾਏ ਆਪਣੀ ਵਡਿਆਈ ਦੱਸਦਾ ਆਪਣੇ ਤਾਏ ਧੀਰਮਲ ਨੂੰ ਚਿੱਠੀ ਵਿੱਚ ਲਿਖ ਕੇ, ਦਿੱਲੀ ਤੋਂ ਪੱਤਰਕਾ ਲਿਖ ਕੇ ਭੇਜਦਾ। ਕਹਿੰਦਾ ਵੇਖੋ ਜਦੋਂ ਮੈਂ ਦਿੱਲੀ ਪਹੁੰਚਿਆ ਤੇ ਉੱਥੇ ਜਾਂਦਿਆਂ ਹੀ ਹੇ ਤਾਇਆ ਜੀ ਮੇਰੇ ਨਾਲ ਤੁਰਕਾਂ ਨੇ ਬੜਾ ਵੱਡਾ ਕਪਟ ਛਲ ਕੀਤਾ। ਸਾਂਗ ਜਵਾਵਨ ਕੋ ਤਬ ਪ੍ਰੇਰਾ। ਪਹਿਲਾਂ ਤਾਂ ਬੱਕਰਾ ਭੇਜਦਾ ਵੀ ਕਹਿੰਦੇ ਵੀ ਇਹ ਤੁਸੀਂ ਛਕੋ, ਤੇ ਜਦੋਂ ਵੱਢ ਲਿਆ ਫੇਰ ਕਹਿੰਦੇ ਇਹਨੂੰ ਜਿਉਂਦਿਆਂ ਕਰੋ। ਐਵੇਂ ਜਿੱਦ ਕਰਕੇ ਬੈਠ ਗਏ। ਹਾਲੇ ਅਸਤ ਮੈਂ ਸਾਂਭ ਸੋ ਧਰੇ। ਤੇ ਇਸੇ ਕਰਕੇ ਰਾਮ ਰਾਏ ਕਹਿੰਦਾ ਤਾਇਆ ਧੀਰਮਲ ਜੀ ਮੈਨੂੰ ਪਹਿਲਾਂ ਹੀ ਇਹਨਾਂ ਦੀ ਚਲਾਕੀ ਦਾ ਪਤਾ ਸੀ ਵੀ ਇਹ ਕੋਈ ਚਲਾਕੀ ਖੇਡਣਗੇ, ਤੇ ਮੈਂ ਉਸ ਬੱਕਰੇ ਦੀਆਂ ਹੱਡੀਆਂ ਉਹਦੀ ਖਾਲ ਆਦਿਕ ਸਭ ਕੁਝ ਸਾਂਭ ਕੇ ਰੱਖਿਆ ਸੇਵਕਾਂ ਨੂੰ ਕਹਿ ਕੇ ਵੀ ਇਹ ਗਵਾ ਨਾ ਦਿਓ। ਕਾਜੀ ਸਦਨ ਪਠਨ ਪਗ ਕਰੇ। ਤੇ ਫਿਰ ਇੱਕ ਲੱਤ ਮੈਂ ਜਿਹੜੀ ਸੀ ਉਹ ਬੱਕਰੇ ਦੀ ਵੱਢ ਕੇ ਕਾਜੀ ਕੋਲ ਭੇਜ ਦਿੱਤੀ ਵੀ ਉਹਨੂੰ ਵਿੱਚੇ ਫਸਾਉਂਗਾ ਜੇ ਮੇਰੇ ਨਾਲ ਕੁਝ ਕਰਨਗੇ। ਭਈ ਭੌਰ ਹੱਠ ਕੀਨ ਵਸਾਲਾ। ਤਾਂ ਰਾਮ ਰਾਏ ਕਹਿੰਦਾ ਚਿੱਠੀ ਲਿਖ ਕੇ ਤਾਇਆ ਜੀ ਫਿਰ ਮੇਰੇ ਨਾਲ ਉਹੀ ਹੋਈ ਵੀ ਜਦੋਂ ਰਾਤ ਲੰਘ ਗਈ ਸਵੇਰ ਹੋਈ ਤਾਂ ਉਸੇ ਵੇਲੇ ਇੱਕ ਮਨੁੱਖ ਮੇਰੇ ਪਾਸ ਆਇਆ। ਸਾਂਗ ਜਵਾਏ ਦੇਹੋ ਇਸ ਕਾਲਾ। ਕਹਿਣ ਲੱਗਾ ਵੀ ਇਹ ਬੱਕਰਾ ਤਾਂ ਭੁਲੇਖੇ ਨਾਲ ਆ ਗਿਆ, ਇਹਦੇ ਬਾਦਸ਼ਾਹ ਦੇ ਸ਼ਹਿਜ਼ਾਦੇ ਦਾ ਤਾਰਾ ਆਜਮ ਦਾ ਸੀ, ਤੇ ਇਹ ਉਹ ਜਿੱਦ ਕਰ ਰਿਹਾ ਵਾਪਸ ਮੰਗ ਰਿਹਾ, ਇਹ ਤੁਸੀਂ ਜਿਉਂਦਿਆਂ ਕਰ ਦੋ ਤੁਹਾਨੂੰ ਹੋਰ ਦੇ ਦੇਵਾਂਗੇ। ਅਸਤੀ ਚਰਮ ਨਹੀਂ ਜੇ ਰਾਖੋ। ਤੇ ਹੇ ਬਾਬਾ ਤਾਇਆ ਧੀਰਮਲ ਜੀ ਮੈਂ ਉਹਦੀਆਂ ਅਸਥੀਆਂ ਹੱਡੀਆਂ ਜਾਂ ਉਹਦਾ ਚੰਮ ਜੇ ਬੱਕਰੇ ਦਾ ਸਾਂਭ ਕੇ ਨਾ ਰੱਖਦਾ ਆਪਣੀ ਸਿਆਣਪ ਨਾਲ, ਕਹਾਂ ਜੀਵਾਵਨ ਪੁਨ ਅਬਲਾਖੋ। ਫਿਰ ਮੈਂ ਕਿੱਥੇ ਉਹ ਬੱਕਰਾ ਜਿਉਂਦਾ ਕਰ ਸਕਦਾ ਸੀ। ਉਹਨੂੰ ਜਿਉਂਦਿਆਂ ਕਰਨ ਦੀ ਇੱਛਾ ਵੀ ਅਬਲਾਖਾ ਵੀ ਨਹੀਂ ਸੀ ਮੇਰੇ ਅੰਦਰ ਆ ਸਕਦੀ ਵੀ ਇਹ ਔਰੰਗਜ਼ੇਬ ਕਹਿੰਦਾ ਵੀ ਬੱਕਰਾ ਜਿਉਂਦਾ ਕਰਕੇ ਉਹਦੇ ਸਾਨੂੰ ਹੁਣੇ ਹੀ ਚਾਹੀਦਾ, ਤੇ ਨਹੀਂ ਤੇ ਬਾਦਸ਼ਾਹ ਬਹੁਤ ਗੁੱਸੇ ਵਿੱਚ ਹੈ। ਤੇ ਜੇ ਕਹਿੰਦਾ ਵੀ ਮੈਂ ਰਾਮ ਰਾਏ ਨੇ ਕਿਹਾ ਧੀਰਮਲ ਜੀ ਤਾਇਆ ਜੀ ਜੇ ਨਾ ਹੱਡੀਆਂ ਨਾ ਖਲ ਸਾਂਭ ਕੇ ਰੱਖਦਾ ਤਾਂ ਬੱਕਰਾ ਜਿਉਂਦਾ ਕਿਵੇਂ ਕਰਨਾ ਸੀ। ਬੇਗਲ ਸੋ ਪਰਤ ਤੁਰਕ ਮਦ ਮਤਾ। ਆ ਮਾੜੀ ਹੰਕਾਰ ਵਾਲੀ ਮੱਤ ਵਾਲੇ ਤੁਰਕ ਤਾਂ ਮੇਰੇ ਨਾਲ ਹੀ ਵਿਗੜਨੇ ਸਨ। ਦਿੱਲੀ ਤਾਂ ਮੈਂ ਹੀ ਗਿਆ ਨਾ, ਕੀਰਤਪੁਰ ਸਾਹਿਬ ਵਾਲਿਆਂ ਨੂੰ ਤਾਂ ਕੋਈ ਫਰਕ ਨਹੀਂ ਸੀ ਪੈਣਾ, ਤੇ ਜੇ ਕੋਈ ਗੱਲ ਵਿਗੜ ਜਾਂਦੀ ਤਾਂ ਬਾਦਸ਼ਾਹ ਮੇਰੇ ਨਾਲ ਨਾਰਾਜ਼ ਹੁੰਦਾ, ਮੇਰੇ ਨਾਲ ਉਹ ਜ਼ੁਲਮ ਕਰਦਾ, ਕੋਈ ਧੱਕਾ ਕਰਦਾ। ਸਭ ਜਾਣੇ ਦੁਰਵਦ ਚਵਗਤਾ। ਕਿਉਂਕਿ ਸਾਰੇ ਇਸ ਗੱਲ ਨੂੰ ਜਾਣਦੇ ਆ ਵੀ ਜਿਹੜਾ ਚਵਗੱਤੇ ਗੋਤ ਦਾ ਔਰੰਗਜ਼ੇਬ ਹੈ ਬਹੁਤਾ ਹੀ ਭੈੜੀ ਅਕਲ ਵਾਲਾ ਏ। ਬਹੁਰ ਜ਼ਹਿਰ ਪੋਸ ਸਕੋ ਪਾਠ ਕਰ। ਫੇਰ ਕਹਿੰਦਾ ਹੇ ਤਾਇਆ ਧੀਰਮਲ ਜੀ ਵੇਖੋ ਇਹ ਜਦੋਂ ਫਿਰ ਬੱਕਰੇ ਵਾਲੀ ਗੱਲ ਹੋਈ ਤਾਂ ਫਿਰ ਇੱਕ ਜ਼ਹਿਰ ਵਾਲੀ ਪੁਸ਼ਾਕ ਉਹ ਮੇਰੇ ਪਹਿਨਣ ਵਾਸਤੇ ਔਰੰਗਜ਼ੇਬ ਬਾਦਸ਼ਾਹ ਨੇ ਭੇਜੀ ਹੈ। ਅਚਾਨਕ ਪ੍ਰਾਨਨ ਪਰਹਰ। ਜਿਸ ਨੂੰ ਪਹਿਨ ਕੇ ਅਚਾਨਕ ਹੀ ਪ੍ਰਾਣਾਂ ਦਾ ਨਾਸ ਹੋ ਜਾਵੇ, ਜਿਸ ਨੂੰ ਪਹਿਨਦਿਆਂ ਹੀ ਮੌਤ ਹੋ ਜਾਵੇ, ਐਸੀ ਜ਼ਹਿਰੀਲੀ ਪੁਸ਼ਾਕ ਮੇਰੇ ਪਾਉਣ ਵਾਸਤੇ ਭੇਜ ਦਿੱਤੀ। ਇਸ ਤੇ ਆਦ ਕਹਾਂ ਲੋ ਕਹੀ ਹੈ। ਇਸ ਤੋਂ ਆਦ ਹੇ ਤਾਇਆ ਧੀਰਮਲ ਜੀ ਮੈਂ ਕੀ ਚਿੱਠੀ ਦੇ ਵਿੱਚ ਲਿਖ ਕੇ ਭੇਜਾਂ, ਕੀ ਮੈਂ ਪੱਤਰਕਾ ਦੇ ਵਿੱਚ ਲਿਖ ਕੇ ਭੇਜਾਂ ਜਿਹੜੀਆਂ ਉੱਥੇ ਮੇਰੇ ਨਾਲ ਬੀਤੀਆਂ, ਜੋ ਮੈਨੂੰ ਉੱਥੇ ਸ਼ਕਤੀਆਂ ਵਿਖਾਉਣੀਆਂ ਪਈਆਂ ਤੁਰਕਾਂ ਦੇ ਛਲ ਕਪਟ ਫਰੇਬ ਦੇ ਅੱਗੇ। ਸਗਲੇ ਜਗਤ ਦਿਨ ਤਹੀ ਨਹੀਂ ਹੈ। ਇਹ ਸਾਰੇ ਜੱਗ ਵਿੱਚ ਪ੍ਰਗਟ ਹੀ ਹੈ। ਹੁਣ ਇਹ ਕਿਹੜੀ ਕੋਈ ਛੁਪੀ ਗੱਲ ਹੈ, ਦਿੱਲੀ ਦੇ ਸਾਰੇ ਹੀ ਲੋਕ ਜਾਣਦੇ ਆ ਵੀ ਕਿਵੇਂ ਔਰੰਗਜ਼ੇਬ ਮੇਰੀਆਂ ਪਰਖਾਂ ਕਰਦਾ ਰਿਹਾ, ਤੇ ਮੈਂ ਆਪਣੇ ਹਰ ਇੱਕ ਪਰਖ ਤੇ ਖਰਾ ਉਤਰਦਾ ਰਿਹਾ।
ਉਹਨਾਂ ਤੁਰਕਾਂ ਨੂੰ ਕੋਈ ਮੌਕਾ ਨਹੀਂ ਦਿੱਤਾ। ਜਿਉ ਜਿਉ ਕਰ ਹਜਰਤ ਅਪਨਾਇਓ ਤੇ ਜਿਵੇਂ ਕਿਵੇਂ ਕਰਕੇ ਹੈ ਤਾਇਆ ਧੀਰਮਲ ਜੀ ਮੈਂ ਹਜ਼ਰਤ ਔਰੰਗਜ਼ੇਬ ਬਾਦਸ਼ਾਹ ਨੂੰ ਅਪਣਾ ਲਿਆ। ਉਹ ਮੇਰੇ ਨਾਲ ਪਹਿਲਾਂ ਵੈਰ ਵਿਰੋਧ ਜਿਹਾ ਰੱਖਦਾ ਰਿਹਾ, ਪਰ ਮੈਂ ਉਹਦੇ ਨਾਲ ਸਾਂਝੀ ਪਾ ਕੇ ਆਪਣਾ ਪ੍ਰੇਮ ਪਾ ਲਿਆ। ਰਸ ਰਾਖਿਓ ਜਸ ਸਭ ਪਰਸਾਇਓ ਇਸ ਤਰ੍ਹਾਂ ਮੈਂ ਰਸ ਰੱਖਿਆ ਵੀ ਕਿਤੇ ਗੁਰੂ ਘਰ ਦੀ ਵਿਗੜ ਨਾ ਜਾਵੇ ਦਿੱਲੀ ਵਾਲਿਆਂ ਦੇ ਨਾਲ। ਰਾਮ ਰਾਏ ਕਹਿੰਦਾ ਮੈਂ ਤਾਂ ਰਸ ਰੱਖਿਆ, ਜਸ ਸਭ ਪਰਛਾਇਓ, ਸਭ ਤੁਰਕਾਂ ਤੇ ਸਭ ਦਿੱਲੀ ਦੇ ਵਿੱਚ ਹੋਰ ਦੂਰ ਦੇਸ਼ਾਂ ਤੀਕਰ ਮੇਰੇ ਕਰਕੇ ਗੁਰੂ ਘਰ ਦਾ ਜਸ ਬਹੁਤਾ ਹੀ ਫੈਲ ਗਿਆ, ਬਹੁਤੀ ਗੁਰੂ ਹਰਿ ਸਾਹਿਬ ਦੀ ਵਡਿਆਈ ਵੱਧ ਗਈ। ਅਨਕ ਭਾਂਤ ਕੀ ਕਰ ਚਤੁਰਾਈ ਮੈਂ ਅਨੇਕਾਂ ਤਰ੍ਹਾਂ ਦੀਆਂ ਚਤੁਰਾਈਆਂ ਸਿਆਣਪਾਂ ਕਰਕੇ ਆਪਣੀ ਅਕਲ ਵਰਤ ਕੇ ਕਰਾਮਾਤ ਬਹੁਮਤ ਦਿਖਰਾਈ ਆਪਣੀ ਮਤ ਦੇ ਨਾਲ ਬਹੁਤੀ ਕਰਾਮਾਤ ਸ਼ਕਤੀ ਜਿਹੜੀ ਹੈ ਰਾਮ ਰਾਏ ਕਹਿੰਦਾ ਧੀਰਮਲ ਜੀ ਔਰੰਗਜ਼ੇਬ ਬਾਦਸ਼ਾਹ ਦੇ ਸਾਹਮਣੇ ਵਿਖਾਉਣਾ ਕੀਤੀ ਜਦੋਂ ਲੋੜ ਪਈ। ਦੁਸ਼ਟ ਸਭਾ ਅਵਰੰਗ ਕੀ ਸਾਰੀ ਕਿਉਂਕਿ ਔਰੰਗਜ਼ੇਬ ਬਾਦਸ਼ਾਹ ਦੀ ਜਿੰਨੀ ਵੀ ਸਭਾ ਹੈ ਨਾ, ਜਿੰਨੇ ਉਹ ਬਾਦਸ਼ਾਹ ਦੇ ਲਾਗੇ ਬਹਿਣ ਵਾਲੇ ਮੰਤਰੀ ਸੰਤਰੀ ਵਜ਼ੀਰ ਵਿਦਵਾਨ ਕਾਜੀ ਮੁਲਾਣੇ ਸਾਰੇ ਬਹੁਤ ਹੀ ਭੈੜੇ ਦੁਸ਼ਟ ਸਨ, ਬਹੁਤ ਹੀ ਮਾੜੀ ਸੋਚ ਰੱਖਣ ਵਾਲੇ ਸਨ। ਬਹੁ ਬਾਰੀ ਬਹੁ ਕੀਨ ਬੇਗਾਰੀ ਉਹਨਾਂ ਨੇ ਕਈ ਵਾਰ ਮੇਰੇ ਨਾਲ ਵਿਗਾੜ ਪਾਉਣ ਦੀ ਖੇਡ ਖੇਡ ਕੇ ਬਾਦਸ਼ਾਹ ਨੂੰ ਚੁੱਕਣਾ ਜੀ ਦੇ ਦਿੰਦੇ, ਕੋਈ ਪੁੱਠੀ ਜੀ ਗੱਲ ਦੱਸ ਦਿੰਦੇ ਵੀ ਇੱਦਾਂ ਕਹੋ ਰਾਮ ਰਾਏ ਨੂੰ, ਕਦੀ ਕੋ ਦੋ ਚੰਦਰਮਾ ਵਿਖਾਏ, ਕਦੀ ਕੁਝ ਕਰੇ ਕਈ ਕੁਝ ਕਰੇ। ਐਵੇਂ ਉਹ ਤਾਂ ਬਾਦਸ਼ਾਹ ਔਰੰਗਜ਼ੇਬ ਨੂੰ ਬਹੁਤ ਹੀ ਪੁੱਠੀਆਂ ਮੱਤਾਂ ਅਕਲਾਂ ਦਿੰਦੇ ਰਹੇ। ਨਿਜ ਮਤ ਬਲ ਕਰ ਸਕਲ ਦਬਾਏ ਪਰ ਹੇ ਤਾਇਆ ਬਾਬਾ ਧੀਰਮਲ ਜੀ ਇਹ ਤਾਂ ਮੇਰੀ ਸਿਆਣਪ ਹੈ। ਰਾਮ ਰਾਏ ਕਹਿੰਦਾ ਇਹ ਤਾਂ ਮੇਰੀ ਅਕਲ ਸੀ ਵੀ ਮੈਂ ਆਪਣੀ ਅਕਲ ਦੇ ਨਾਲ ਸਾਰੇ ਹੀ ਦਬਾ ਲਏ, ਸਾਰੇ ਹੀ ਨੱਪ ਲਏ, ਕਿਸੇ ਨੂੰ ਕੁਸਕਣ ਨਹੀਂ ਦਿੱਤਾ। ਸ੍ਰੀ ਨਾਨਕ ਕੋ ਜਸ ਦੇ ਦਤਾਏ ਤੇ ਵੇਖੋ ਵੀ ਮੈਂ ਕੋਈ ਪਾਪ ਕੀਤਾ ਦਿੱਲੀ 'ਚ ਜਾ ਕੇ, ਗੁਰੂ ਨਾਨਕ ਦੇਵ ਸਾਹਿਬ ਜੀ ਦਾ ਹੀ ਜਸ, ਗੁਰੂ ਸਾਹਿਬ ਦੀ ਹੀ ਵਡਿਆਈ ਪ੍ਰਗਟ ਕੀਤੀ ਹੈ। ਤਨਕ ਬਾਤ ਪੁਰ ਪਿਤਾ ਰਸਾਏ ਤਨਕ ਬਾਤ ਪਰ ਪਿਤਾ ਰਸਾਏ। ਪਰ ਵੇਖੋ ਵੀ ਮੇਰੀ ਇੱਕ ਵੀ ਕੀਤੀ ਦਾ ਕੋਈ ਮਹਾਰਾਜ ਪਿਤਾ ਗੁਰੂ ਹਰਿ ਸਾਹਿਬ ਜੀ ਨੇ ਮੁੱਲ ਨਹੀਂ ਜਾਣਿਆ, ਕਦਰ ਨਹੀਂ ਜਾਣੀ। ਕਹਿੰਦਾ ਤਨਕ ਮਾਤਰ ਥੋੜੀ ਜੀ ਗੱਲ ਹੀ ਹੋਈ ਹੈ, ਤਾਂ ਇੰਨੀ ਗੱਲ ਤੇ ਹੀ ਉਹ ਸਾਡੇ ਨਾਲ ਪਿਤਾ ਸਤਿਗੁਰੂ ਜੀ ਗੁੱਸੇ ਹੋ ਗਏ, ਨਾਰਾਜ਼ ਹੋ ਗਏ। ਜੈ ਨਹਿ ਕਰਤ ਸਭਾ ਬਿਗਰਾਏ ਹਾਂ ਜੋ ਜੇ ਨਹਿ ਕਰਤ ਰਾਮ ਰਾਏ ਕਹਿੰਦਾ ਹੈ ਤਾਇਆ ਧੀਰਮਲ ਜੀ ਜੇ ਮੈਂ ਉਹ ਥੋੜੀ ਜੀ ਗੱਲ ਆਪਣੇ ਹਿਸਾਬ ਨਾਲ ਨਾ ਵਰਤਦਾ, ਫਰਕ ਨਾ ਪਾਉਂਦਾ, ਤਾਂ ਸਾਰੀ ਸਭਾ ਨੇ ਵਿਗੜ ਜਾਣਾ ਸੀ। ਕਹਿ ਭੇਜਿਓ ਨਿਜ ਮੁਖ ਤੇ ਦਿਖਾਵੋ ਤੇ ਜਾਂ ਸਾਰੀ ਸਭਾ ਨੇ ਔਰੰਗਜ਼ੇਬ ਨੂੰ ਵਿਗਾੜ ਦੇਣਾ ਸੀ, ਪੰਗਾ ਪਾ ਦੇਣਾ ਸੀ ਨਵਾਂ। ਇੱਥੇ ਰਾਮ ਰਾਏ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜੋ ਗੁਰਬਾਣੀ ਦੀ ਤੁਕ ਹੈ, ਮਿੱਟੀ ਮੁਸਲਮਾਨ ਕੀ ਪੇੜੈ ਪਈ ਕੁਮਿਹਾਰ ਘੜ ਭਾਂਡੇ ਟਾਕੀਆ ਜਲਦੀ ਕਰੇ ਪੁਕਾਰ ਜਲ ਜਲ ਰੋਵੈ ਬਪੜੀ ਝੜ ਝੜ ਪਵੈ ਅੰਗਿਆਰ। ਇਹ ਤੁਕ ਨੂੰ ਗਲਤ ਕਰਨਾ ਸਹੀ ਦਰਸਾ ਰਿਹਾ ਹੈ ਵੀ ਮੈਂ ਉਹ ਜੋ ਕੀਤਾ ਸਹੀ ਕੀਤਾ। ਵੀ ਹੇ ਤਾਇਆ ਧੀਰਮਲ ਜੀ ਜੇ ਮੈਂ ਤੁਕ ਦੇ ਅਰਥ ਨਾ ਬਦਲਾਉਂਦਾ, ਮੈਂ ਸੱਚੋ ਸੱਚ ਗੱਲ ਉੱਥੇ ਕਹਿ ਦਿੰਦਾ ਵੀ ਮੁਸਲਮਾਨਾਂ ਦੀ ਕਬਰਾਂ ਦੀ ਮਿੱਟੀ ਸੜਦੀ ਹੈ, ਤਾਂ ਔਰੰਗਜ਼ੇਬ ਬਾਦਸ਼ਾਹ ਵਿਗੜ ਜਾਂਦਾ। ਸਾਰੀ ਸਭਾ ਨੂੰ ਚੁੱਕ ਚੁਕਾ ਕੇ ਮੇਰੇ ਨਾਲ ਗੁਰੂ ਘਰ ਦੇ ਨਾਲ ਵੈਰ ਵਿਰੋਧ ਪਾ ਦਿੰਦੀ। ਚਾਹੋ ਰਹੋ ਤੇ ਕਹੋ ਸਦਾ ਵਹੋ ਤੇ ਵੇਖੋ ਪਰ ਮੇਰਾ ਇਹ ਕੀ ਮੁੱਲ ਪਾਇਆ ਮਹਾਰਾਜ ਨੇ, ਕਹਿ ਭੇਜਿਓ ਸਗੋਂ ਇਹ ਸੁਨੇਹਾ ਕਹਿ ਕੇ ਭੇਜ ਦਿੱਤਾ ਨਿਜ ਮੁਖ ਨਾ ਦਿਖਾਵੋ, ਵੀ ਆਪਣਾ ਮੂੰਹ ਨਾ ਵਿਖਾਵੇ ਸਾਨੂੰ, ਸਾਡੇ ਮੱਥੇ ਨਾ ਲੱਗੇ ਆ ਕਰਕੇ। ਚਾਹੋ ਰਹੋ ਕਹਿ ਕਹੋ ਸਦਾ ਵਹੋ ਤੇ ਇਹ ਹੁਕਮ ਕਹਿਦਾ ਵੀ ਜਿੱਥੇ ਤੇਰੀ ਇੱਛਾ ਹੈ, ਜਿੱਧਰ ਨੂੰ ਤੇਰਾ ਮੂੰਹ ਹੈ, ਉੱਥੇ ਚਲਿਆ ਜਾ, ਉੱਥੇ ਜਾ ਕੇ ਰਹਿਣਾ ਕਰ। ਉਚਤ ਨਹੀਂ ਗੁਰ ਤਾਕੇ ਜਾਣਾ। ਇਸ ਕਰਕੇ ਰਾਮ ਰਾਏ ਚਿੱਠੀ 'ਚ ਲਿਖਦਾ ਦਿੱਲੀ ਤੋਂ, ਹੇ ਤਾਇਆ ਧੀਰਮਲ ਜੀ ਗੁਰੂ ਸਾਹਿਬ ਨੇ ਤਾਂ ਮੈਨੂੰ ਗੱਦੀ ਦੇ ਯੋਗ ਹੀ ਨਹੀਂ ਜਾਣਿਆ, ਉਹਨਾਂ ਦੇ ਹੀ ਕਹਿ ਦਿੱਤਾ ਵੀ ਇਹ ਗੁਰਤਾ ਗੱਦੀ ਦੇ ਲਾਇਕ ਹੀ ਨਹੀਂ ਹੈ ਰਾਮ ਰਾਏ। ਮੈਂ ਦੋਸ ਕੋ ਮੋ ਪਰਖਾਨਾ ਸਗੋਂ ਮੇਰੇ ਤੇ ਬਹੁਤ ਹੀ ਦੋਸ਼, ਬਹੁਤੀਆਂ ਤੋਮਤਾਂ ਹੀ ਲਾਈਆਂ ਨੇ ਮੇਰੇ ਉੱਤੇ ਵੀ ਇਹ ਕਰਾਮਾਤਾਂ ਕਿਉਂ ਵਿਖਾਉਂਦਾ ਰਿਹਾ, ਇਹ ਸ਼ਕਤੀਆਂ ਕਿਉਂ ਵਿਖਾਉਂਦਾ ਰਿਹਾ।
ਇਹ ਬਹੁਤੀਆਂ ਤੋਮਤਾਂ ਲਾ ਕੇ ਮੈਨੂੰ ਆਪਣੇ ਘਰੋਂ ਕੱਢ ਦਿੱਤਾ। ਸਤਿਗੁਰ ਮਮ ਪਿਤ ਭਰਾਤ ਤੁਹਾਰੋ। ਇਸ ਕਰਕੇ ਹੇ ਤਾਇਆ ਧੀਰਮਲ ਜੀ, ਜੋ ਸਤਿਗੁਰੂ ਹਰਿ ਰਾਏ ਸਾਹਿਬ ਨੇ ਮੇਰੇ ਪਿਤਾ ਜੀ ਹਨ ਅਤੇ ਤੁਹਾਡੇ ਛੋਟੇ ਭਰਾਤਾ ਹਨ, ਤੁਸੀਂ ਉਹਨਾਂ ਦੇ ਵੱਡੇ ਭਾਈ ਹੋ। ਆਵਲੋਕ ਸਨਹਿ ਪਰਿਓ ਬਿਗਾਰੋ। ਤੇ ਰਾਮ ਰਾਏ ਲਿਖਦਾ ਹੈ ਵੀ ਹੁਣ ਮੈਂ ਤੁਹਾਨੂੰ ਇਹ ਪਹਿਲਾਂ ਹੀ ਅਗਾਹ ਕਰਦਾ ਵੀ ਹਾਲਾਂ ਤੀਕਰ ਦੇ ਕੋਈ ਵਿਗਾੜ ਨਹੀਂ ਪਿਆ ਮੇਰਾ, ਹਾਲਾਂ ਤੀਕਰ ਦੇ ਮੈਂ ਕੋਈ ਝਗੜਾ ਬਖੇੜਾ ਖੜਾ ਨਹੀਂ ਕੀਤਾ। ਲਾਗ ਸੁਤ ਕੀ ਚਾਹਤ ਬੜਿਆਈ। ਪਰ ਆਉਣ ਵਾਲੇ ਸਮੇਂ 'ਚ ਮੈਂ ਕਰ ਦਊਂਗਾ ਝਗੜਾ ਬਖੇੜਾ ਖੜਾ। ਕਿਉਂ? ਕਿਉਂਕਿ ਮੈਨੂੰ ਦਿੱਲੀ 'ਚ ਬੈਠਿਆਂ ਨੂੰ ਪਤਾ ਲੱਗਾ ਵੀ ਗੁਰੂ ਹਰਿ ਰਾਏ ਸਾਹਿਬ ਆਪਣੇ ਛੋਟੇ ਪੁੱਤਰ ਨੂੰ, ਮੇਰੇ ਛੋਟੇ ਭਰਾ ਸ੍ਰੀ ਹਰਿਕ੍ਰਿਸ਼ਨ ਜੀ ਨੂੰ ਗੁਰਿਆਈ ਦੀ ਵਡਿਆਈ ਦੇਣਾ ਚਾਹੁੰਦੇ ਨੇ। ਹਰ ਪਹਿਗੇ ਜਗ ਕੀ ਗੁਰਿਆਈ। ਆ ਜਗਤ ਗੁਰੂ ਨਾਨਕ ਸਾਹਿਬ ਦੀ ਗੁਰਿਆਈ ਇਹ ਮੈਨੂੰ ਪਤਾ ਲੱਗ ਰਿਹਾ ਹੈ ਤਾਇਆ ਧੀਰਮਲ ਜੀ ਕਿ ਇਹ ਗੁਰੂ ਸਾਹਿਬ ਜੀ ਮੇਰੇ ਛੋਟੇ ਭਰਾ ਸ੍ਰੀ ਹਰਿਕ੍ਰਿਸ਼ਨ ਨੂੰ ਦੇ ਕੇ ਉਹਨਾਂ ਨੂੰ ਗੁਰੂ ਬਣਾਉਣਾ ਚਾਹੁੰਦੇ ਹਨ। ਆਪ ਕਰੋ ਸਮਝਾਵਨੇ ਆਛੇ। ਤੇ ਮੈਂ ਚਿੱਠੀ ਤੁਹਾਨੂੰ ਤਾਂ ਲਿਖ ਕੇ ਭੇਜੀ ਹੈ ਵੀ ਕਿਤੇ ਗੁਰੂ ਘਰ 'ਚ ਬਖੇੜਾ ਨਾ ਪਵੇ ਤੇ ਤੁਸੀਂ ਆਪ ਵੱਡੇ ਭਰਾ ਹੋ, ਤੁਹਾਡੇ ਤੋਂ ਗੁਰੂ ਹਰਿ ਰਾਏ ਸਾਹਿਬ ਭਰਾਤਾ ਛੋਟੇ ਹਨ ਉਮਰ ਵਿੱਚ, ਉਹਨਾਂ ਨੂੰ ਚੰਗੀ ਤਰ੍ਹਾਂ ਸਮਝਾਉਣਾ ਕਰੋ। ਹੋਵੇ ਨਾ ਬਖੇਰਾ ਇਨ ਤੇ ਪਾਛੇ। ਇਹ ਨਾ ਹੋਵੇ ਵੀ ਫਿਰ ਪਿਤਾ ਜੀ ਸੱਚਖੰਡ ਚਲੇ ਜਾਣ ਤੇ ਇਹਨਾਂ ਦੇ ਪਿੱਛੋਂ ਕੋਈ ਬਖੇੜਾ ਪਵੇ, ਫੇਰ ਨਾ ਮੈਨੂੰ ਤੁਸੀਂ ਕਿਉਂ ਵੀ ਐਵੇਂ ਬਖੇੜੇ ਜੇ ਝਗੜੇ ਜੇ ਕਾਤੋਂ ਖੜੇ ਕਰਦਾ ਹੈ। ਜਾਤੇ ਜਥਾ ਜੋਗ ਕਿਰਤ ਬਨੇ। ਇਸ ਕਰਕੇ ਜੋ ਜਥਾ ਜੋਗ ਕੰਮ ਹੈ ਨਾ ਉਹ ਹੋਣਾ ਚਾਹੀਦਾ ਹੈ। ਗੁਰੂ ਹਰਿ ਰਾਏ ਸਾਹਿਬ ਜੀ ਨੂੰ ਤਾਇਆ ਧੀਰਮਲ ਜੀ ਤੁਸੀਂ ਸਮਝਾਉਣਾ ਕਰੋ। ਜਿਸ ਤੇ ਸਭ ਜਗ ਆਸੀ ਬਨੇ। ਹਾਂ, ਜਿਹਦੇ ਨਾਲ ਸਾਰੇ ਜਗਤ ਵਿੱਚ ਅੱਛੀ ਬਾਤ ਬਣੇ, ਗੁਰੂ ਘਰ ਦੇ ਵਿੱਚ ਕੋਈ ਝਗੜਾ ਬਖੇੜਾ ਖੜਾ ਨਾ ਹੋਵੇ। ਫੇਰੋ ਪੂਰਬ ਬੜੇ ਹਮਾਰੇ। ਤੇ ਨਾਲ ਹੀ ਇਹ ਵੀ ਲਿਖ ਕੇ ਭੇਜਦਾ ਵੀ ਤਾਇਆ ਜੀ ਤੁਸੀਂ ਸਿਆਣੇ ਹੀ ਹੋ। ਇਹ ਧੀਰਮਲ ਜੀ ਵੇਖੋ ਹਾਂ ਜਿਹੜੇ ਆਪਣੇ ਵੱਡੇ ਹੋਏ ਨੇ ਹੇਰੋ ਪੂਰਬ ਵੱਡੇ ਹਮਾਰੇ, ਜਿਹੜੇ ਸਾਡੇ ਵੱਡੇ ਸਤਿਗੁਰੂ ਹੋਏ ਹਨ। ਸ੍ਰੀ ਗੁਰੂ ਰਾਮਦਾਸ ਮਤ ਭਾਰੇ। ਜੋ ਗੁਰੂ ਰਾਮਦਾਸ ਮਹਾਰਾਜ ਬੜੇ ਭਾਰੀ ਮਤ ਵਾਲੇ, ਬੜੇ ਸਿਆਣੇ ਸਨ। ਲਾਇਕ ਜੇਠੋ ਸੁਤ ਨਾਮ ਬੇਸਾਰਾ। ਆ ਵੇਖੋ ਵੱਡਾ ਪੁੱਤਰ ਸੀ ਨਾ ਪ੍ਰਿਥੀ ਚੰਦ, ਪਰ ਗੁਰੂ ਰਾਮਦਾਸ ਜੀ ਨੇ ਉਹਨੂੰ ਗੁਰਤਾ ਗੱਦੀ ਦੇ ਲਾਇਕ ਯੋਗ ਨਹੀਂ ਵਿਚਾਰਣਾ ਕੀਤਾ। ਦਇਓ ਅਲਪ ਕੋ ਨਿਜ ਅਧਿਕਾਰਾ। ਤੇ ਜਿਹੜਾ ਆਪਣਾ ਗੁਰਿਆਈ ਦਾ ਅਧਿਕਾਰ ਸੀ ਆਪਣੇ ਸਭ ਤੋਂ ਛੋਟੇ ਪੁੱਤਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਬਖਸ਼ ਦਿੱਤਾ। ਆਪ ਅਸ਼ਤ ਕ੍ਰਿਤ ਤੋ ਕਰ ਗਏ। ਆਪ ਅਸ਼ਤ ਆਪਣੇ ਹੁੰਦਿਆਂ ਕ੍ਰਿਤ ਤੋ ਕਰ ਗਏ। ਇਹ ਕਿਰਤ ਤਾਂ ਗੁਰੂ ਰਾਮਦਾਸ ਜੀ ਆਪਣੇ ਹੁੰਦਿਆਂ ਹੀ ਕਰ ਗਏ ਵੀ ਆਪਣੇ ਵੱਡੇ ਪੁੱਤਰ ਪ੍ਰਿਥੀ ਚੰਦ ਨੂੰ ਗੁਰਿਆਈ ਨਹੀਂ ਦਿੱਤੀ। ਆਪਣੇ ਛੋਟੇ ਪੁੱਤਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਗੁਰਿਆਈ ਦੇ ਤਖਤ ਤੇ ਬਿਠਾ ਕੇ ਆਪ ਤਾਂ ਸੱਚਖੰਡ ਚਲੇ ਗਏ। ਇਸੇ ਅਦਕ ਉਪਦਰਵ ਭਏ। ਪਰ ਵੇਖੋ ਰਾਮ ਰਾਏ ਕਹਿੰਦਾ ਹੈ ਤਾਇਆ ਧੀਰਮਲ ਜੀ ਉਹ ਤੋਂ ਪਿੱਛੋਂ ਕੀ ਹੋਇਆ? ਮਹਾਰਾਜ ਤਾਂ ਗੁਰਿਆਈ ਦੇ ਕੇ ਚਲੇ ਗਏ ਛੋਟੇ ਪੁੱਤਰ ਨੂੰ, ਪਰ ਮਗਰੋਂ ਕਿੰਨੇ ਉਪਦਰਵ, ਕਿੰਨੇ ਕਲੇਸ਼, ਕਿੰਨੇ ਝਗੜੇ ਹੋਏ ਹਨ। ਸ੍ਰੀ ਅਰਜਨ ਦੁਸ਼ਟਨ ਕਰ ਜਾਏ। ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਦੁਸ਼ਟਾਂ ਦੇ ਘਰ ਦੇ ਵਿੱਚ ਜਾਣਾ ਪਿਆ ਲਾਹੌਰ ਦੇ ਅੰਦਰ। ਜਿਉ ਸਰੀਰ ਖੇਦ ਕੋ ਪਾਏ। ਤੇ ਵੇਖੋ ਉਹ ਤੁਰਕਾਂ ਦੇ ਅਤੇ ਹੋਰ ਇਹ ਚੰਦੂ ਆਦਿਕ ਦੇ ਨਾਲ ਰਲ ਮਿਲ ਕੇ ਜੋ ਪ੍ਰਿਥੀ ਚੰਦ ਨੇ ਕੀਤਾ ਸੀ, ਤਜੇ ਉਹ ਸਰੀਰ ਖੇਦ ਕੋ ਪਾਏ। ਉਹ ਦੁੱਖ ਪਾ ਕੇ ਸਰੀਰ ਤਿਆਗਿਆ ਨਾ, ਭਾਵ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹੀਦ ਹੀ ਕਰ ਦਿੱਤਾ ਨਾ ਦੁਸ਼ਟਾਂ ਨੇ ਉੱਥੇ ਲਿਜਾ ਕਰਕੇ। ਪ੍ਰਿਥੀਏ ਕੀਨੇ ਦੁਖਦ ਉਪਾਓ। ਹਾਂ, ਕਿਉਂਕਿ ਪ੍ਰਿਥੀ ਚੰਦ ਜੋ ਵੱਡਾ ਭਰਾ ਸੀ ਪੰਜਵੇਂ ਪਾਤਸ਼ਾਹ ਦਾ, ਉਹਨੇ ਦੁੱਖ ਦੇਣ ਵਾਲੇ ਬਹੁਤੇ ਉਪਾਅ ਕੀਤੇ ਸਾਰੀ ਉਮਰ। ਸੁਖ ਸੋ ਬੈਠਨ ਦੇ ਨ ਕਦਾਉ। ਹਾਂ, ਕਦੀ ਵੀ ਸੁੱਖ ਨਾ ਨਹੀਂ ਬੈਠਣ ਦਿੱਤਾ ਗੁਰੂ ਅਰਜਨ ਦੇਵ ਸਾਹਿਬ ਨੂੰ। ਬਿਦਤ ਜਗਤ ਮਹਿ ਲਖੋ ਕਹਾਣੀ। ਤੇ ਰਾਮ ਰਾਏ ਕਹਿੰਦਾ ਹੈ ਤਾਇਆ ਧੀਰਮਲ ਜੀ ਇਹ ਸਾਰੇ ਜਗਤ ਵਿੱਚ ਹੀ ਸਾਖੀ ਪ੍ਰਗਟ ਹੀ ਹੈ, ਹਰ ਇੱਕ ਨੂੰ ਪਤਾ ਹੈ। ਸਵਾਬਰੀਤ ਪਿਤਾ ਗੁਰ ਠਾਨੀ। ਤੇ ਜਿਹੜੀ ਗੱਲ ਉਹ ਕਹਿੰਦਾ ਹੈ ਗੁਰੂ ਰਾਮਦਾਸ ਜੀ ਨੇ ਕੀਤੀ ਸੀ ਨਾ, ਆਪਣੇ ਛੋਟੇ ਪੁੱਤਰ ਨੂੰ ਗੁਰਿਆਈ ਦਿੱਤੀ, ਪਰ ਵੱਡੇ ਨੇ ਫਿਰ ਕਿਹੜਾ ਟਿਕ ਕੇ ਬਹਿਣ ਦਿੱਤਾ। ਉਹੀ ਕਹਿੰਦਾ ਹੁਣ ਵੇਖੋ ਪਿਤਾ ਗੁਰੂ ਹਰਿ ਰਾਏ ਸਾਹਿਬ ਜੀ ਉਹੀ ਰੀਤੀ ਕਰ ਰਹੇ ਆ। ਗੁਰੂ ਰਾਮਦਾਸ ਵਾਂਗ ਹੀ ਉਹਨਾਂ ਨੇ ਹੁਣ ਕਰਨਾ ਚਾਹਿਆ ਵੀ ਆਪਣੇ ਵੱਡੇ ਪੁੱਤਰ ਭਾਵ ਮੈਨੂੰ ਤਿਆਗ ਕੇ
ਜੇ ਛੋਟੇ ਪੁੱਤਰ ਨੂੰ ਗੁਰਿਆਈ ਤੇ ਬਾਉਣਾ ਚਾਹੁੰਦੇ ਹਨ। ਕਿਆ ਮੈਂ ਪ੍ਰਿਥੀ ਸੰਸਰ ਤੇ ਨਾਹੀ। ਰਾਮ ਰਾਏ ਕਹਿੰਦਾ ਤਾਇਆ ਜੀ ਕੀ ਮੈਂ ਪ੍ਰਿਥੀ ਚੰਦ ਦੇ ਬਰਾਬਰ ਦਾ ਨਹੀਂ ਹੈ? ਜਿਵੇਂ ਉਹ ਪ੍ਰਿਥੀਆ ਤਾਂ ਸਰਕਾਰੇ ਦਰਬਾਰੇ ਪਹੁੰਚ ਰੱਖਦਾ ਸੀ ਵੀ ਮੈਂ ਰਾਮ ਰਾਏ ਕਦੇ ਉਹਦੇ ਨਾਲੋਂ ਘੱਟ ਹੈ, ਮੇਰੀ ਪਹੁੰਚ ਕਦੇ ਥੋੜੀ ਹੈ। ਅਜਰਤ ਲਿਖਤ ਬਿਦ ਤਜਹ ਕਹੀ। ਜਿੱਥੇ ਕਿਥੇ ਵੀ ਪਤਾ ਇਸ ਗੱਲ ਦਾ ਵੀ ਔਰੰਗਜ਼ੇਬ ਦੇ ਨਾਲ ਮੇਰੀ ਪੱਕੀ ਸਾਂਝ ਹੈ। ਸਮਰੱਥ ਹੋ ਸਭ ਜਤਨ ਬਣਾਵਨ। ਤੇ ਇਹ ਮੈਂ ਪਹਿਲਾਂ ਹੀ ਤੁਹਾਨੂੰ ਧੀਰਮਲ ਨੂੰ ਕਹਿੰਦਾ ਤਾਇਆ ਜੀ ਆਗਾਹ ਕਰ ਰਹੇ ਆ ਵੀ ਤੁਸੀਂ ਆਪਣੇ ਭਰਾ ਮੇਰੇ ਪਿਤਾ ਗੁਰੂ ਹਰਿ ਸਾਹਿਬ ਨੂੰ ਸਮਝਾ ਲਓ, ਤੁਹਾਡੇ ਮਗਰੋਂ ਬਖੇੜਾ ਹੋਊਗਾ ਜੇ ਛੋਟੇ ਨੂੰ ਭਾਇਆ ਗੁਰਿਆਈ ਤੇ। ਮੇਰੀ ਦਿੱਲੀ ਦਰਬਾਰ ਵਿੱਚ ਪਹੁੰਚਾ, ਮੈਂ ਯਤਨ ਕਰਕੇ ਜਿਵੇਂ ਕਿਵੇਂ ਜੋ ਵੀ ਚਾਹਾਂ ਉਹੀ ਕਰ ਸਕਦਾ ਹਾਂ, ਸਮਰੱਥ ਹਾਂ, ਜੋ ਯਤਨ ਚਾਹਾਂ ਉਹੀ ਬਣਾ ਸਕਦਾ ਹਾਂ। ਕਰਨ ਬਖੇਰਾ ਜਿਉ ਮਨ ਭਾਵਨ। ਜਿੱਦਾਂ ਮੇਰੇ ਮਨ ਨੂੰ ਚੰਗਾ ਲੱਗਿਆ ਮੈਂ ਤਾਂ ਉਹੋ ਜਿਹਾ ਹੀ ਬਖੇੜਾ ਝਗੜਾ ਖੜਾ ਕਰ ਸਕਦਾ। ਦਾਦੀ ਨੇਤੀ ਕੋ ਲੈ ਸੰਗ। ਤੇ ਰਾਮ ਰਾਏ ਲਿਖਦਾ ਹੈ ਚਿੱਠੀ 'ਚ, ਹੇ ਤਾਇਆ ਧੀਰ ਮਲ ਜੀ, ਇੱਕ ਤੁਸੀਂ ਆਪ ਹੋਵੋ, ਫਿਰ ਜੋ ਮੇਰੇ ਦਾਦੀ ਜੀ ਹੈ ਮਾਤਾ ਨੇਤੀ ਨਿਹਾਲ ਕੌਰ, ਤੁਹਾਡੇ ਤੇ ਗੁਰੂ ਹਰਿ ਸਾਹਿਬ ਦੇ ਮਾਤਾ ਜੀ ਮੇਰੀ ਦਾਦੀ ਨੂੰ ਵੀ ਸਾਰੀ ਗੱਲ ਦੱਸੋ, ਉਹਨਾਂ ਨੂੰ ਨਾਲ ਲਓ, ਆਪ ਤੁਸੀਂ ਗੁਰੂ ਹਰਿ ਸਾਹਿਬ ਜੀ ਦੇ ਕੋਲ ਜਾਵੋ। ਕਰੋ ਸੰਵਾਦ ਉਚਾਰ ਪ੍ਰਸੰਗ। ਤੇ ਆ ਜਿਵੇਂ ਮੈਂ ਤੁਹਾਨੂੰ ਕਿਹਾ ਹੈ ਇਹ ਸਾਰਾ ਪ੍ਰਸੰਗ ਜਾ ਕੇ ਸਤਵੇਂ ਪਾਤਸ਼ਾਹ ਨੂੰ ਦੱਸ ਕੇ ਸਮਝਾ ਦਿਓ ਵੀ ਜੇ ਰਾਮ ਰਾਏ ਨੂੰ ਤੁਸੀਂ ਗੁਰਿਆਈ ਨਾ ਦਿੱਤੀ ਤਾਂ ਝਗੜਾ ਪੈ ਜੂ ਘਰ ਵਿੱਚ। ਜੋ ਨਿਜ ਕਰ ਮਹਿ ਚਾਹੋ ਬਖੇਰਾ। ਆਹੇ ਤਾਇਆ ਜੀ ਮੈਂ ਦਾਦੀ ਨਿਹਾਲ ਕੌਰ ਜੀ ਨੂੰ ਲੈ ਕੇ ਤੇ ਪਿਤਾ ਸਤਿਗੁਰੂ ਹਰਿ ਸਾਹਿਬ ਜੀ ਨੂੰ ਕਹੋ ਜਾ ਕੇ ਮੇਰੇ ਵੱਲੋਂ ਸਮਝਾਵੋ, ਤੁਸੀਂ ਆਪ ਸਿਆਣੇ ਹੋ ਵੀ ਹੇ ਸਤਿਗੁਰੂ ਜੀ ਆਪਣੇ ਘਰ ਵਿੱਚ ਕਿਉਂ ਬਖੇੜਾ ਖੜਾ ਕਰਨਾ ਚਾਹੁੰਦੇ ਹੋ। ਜਿਮ ਪ੍ਰਿਥੀ ਹੈ ਗੁਰ ਅਰਜਨ ਕੀਰਾ। ਜਿਵੇਂ ਪ੍ਰਿਥੀ ਚੰਦ ਦਾ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਬਖੇੜਾ ਪਿਆ ਰਿਹਾ। ਗੁਰਤਾ ਲੈਣ ਅਹੇ ਮਮ ਦਾਵਾ। ਕਿਉਂਕਿ ਗੁਰਤਾ ਗੱਦੀ ਲੈਣ ਦਾ ਰਾਮ ਰਾਏ ਕਹਿੰਦਾ ਦਾਵਾ ਮੇਰਾ ਬਣਦਾ, ਮੈਂ ਵੱਡਾਂ ਦੇ ਨਾਲੇ ਲਾਇਕ ਹਾਂ, ਬੜਾ ਯੋਗ ਹਾਂ। ਅਲਪ ਪੁੱਤਰ ਕਿਮ ਚਾਹ ਬਣਾਵਾ। ਤੇ ਕਹੋ ਜਾ ਕੇ ਵੀ ਤੁਸੀਂ ਆਪਣੇ ਛੋਟੇ ਪੁੱਤਰ ਸ੍ਰੀ ਹਰਿਕ੍ਰਿਸ਼ਨ ਨੂੰ ਕਿਵੇਂ ਗੁਰੂ ਬਣਾਉਣਾ ਚਾਹੁੰਦੇ ਹੋ। ਇਤਿਆਦਕ ਲਿਖ ਕਰ ਨਿਜ ਪਾਤੀ। ਇਸ ਤਰ੍ਹਾਂ ਸਾਧ ਸੰਗਤ ਜੋ ਆਪ ਰਾਮ ਰਾਏ ਨੇ ਦਿੱਲੀ ਵਿੱਚ ਚਿੱਠੀ ਲਿਖੀ ਆ ਧੀਰਮਲ ਨੂੰ ਆਪਣੇ ਤਾਏ ਨੂੰ ਸੰਬੋਧਨ ਕਰਕੇ, ਇਹ ਜੋ ਕੁਝ ਬਚਨ ਕਹੇ ਵਿਚਾਰੇ ਆਪਾਂ ਇਸ ਤੋਂ ਵਧੇਕ ਹੋਰ ਵੀ ਕਈ ਗੱਲਾਂ ਬਾਤਾਂ ਕਹਿ ਕੇ ਧਮਕੀ ਦੇਣ ਦੇ ਲਿਹਾਜ਼ੇ 'ਚ ਗੁਰੂ ਬਣਨ ਦੀ ਜੋ ਭੁੱਖ ਹੈ ਉਸ ਦੇ ਹਿਸਾਬ ਨਾਲ ਚਿੱਠੀ ਲਿਖ ਭੇਜੀ ਹੈ। ਪਠਿਆ ਦੂਤ ਸੋ ਲਗਤ ਜਿਸ ਸਾਥੀ। ਕਹਿੰਦੇ ਜਿਸ ਰਾਮ ਰਾਏ ਦੀ ਛਾਤੀ ਸੁਲਗਦੀ ਪਈ ਸੀ, ਧੁਖਦੀ ਪਈ ਸੀ, ਜਿਵੇਂ ਪਾਥੀਆਂ ਧੁਖਦੀਆਂ ਨੇ ਸਹਿਜੇ ਸਹਿਜੇ ਗਿੱਲੀਆਂ, ਇਦਾਂ ਅੰਦਰੋਂ ਧੁਖ ਰਿਹਾ ਸੀ ਬਿਨਾਂ ਬਾਲਣ ਤੋਂ ਰਾਮ ਰਾਏ। ਗੁਰੂ ਘਰ ਵੱਲੋਂ ਕੱਢੇ ਜਾਣ ਕਰਕੇ, ਛੇਕੇ ਜਾਣ ਕਰਕੇ ਜਿਹਦੀ ਛਾਤੀ ਸੁਲਗ ਰਹੀ ਹੈ, ਜਿਹੜਾ ਅੰਦਰੋਂ ਈਰਖਾ ਦੀ ਅੱਗ 'ਚ ਸੜ ਰਿਹਾ, ਉਹਨੇ ਦੂਤ ਭੇਜਿਆ ਉਸ ਵੇਲੇ ਕਰਤਾਰਪੁਰ। ਸੋਲੇ ਧੀਰਮਲ ਟਿਕ ਆਇਓ। ਉਹ ਮੰਜ਼ਲਾਂ ਤੈਅ ਕਰਦਾ ਹੋਇਆ ਰਾਮ ਰਾਏ ਦੇ ਤਾਇਆ ਧੀਰਮਲ ਦੇ ਕੋਲ ਪਹੁੰਚ ਗਿਆ। ਮਸਤਕ ਟੇਕਨ ਪ੍ਰਥਮ ਸੁਨਾਇਓ। ਤੇ ਚਿੱਠੀ ਫੜਾ ਕੇ ਤੇ ਸਭ ਤੋਂ ਪਹਿਲਾਂ ਮਸਤਕ ਟੇਕਨ ਪ੍ਰਥਮ ਸੁਨਾਇਓ। ਇਹ ਗੱਲ ਸੁਣਾਈ ਦੂਤ ਨੇ ਵੀ ਹੇ ਬਾਬਾ ਧੀਰਮਲ ਜੀ, ਤੁਹਾਡਾ ਭਤੀਜਾ ਰਾਮ ਰਾਏ ਇਹ ਤੁਹਾਨੂੰ ਮੱਥਾ ਟੇਕਦਾ ਹੈ, ਕਹਿੰਦਾ ਹੈ ਵੀ ਮੇਰੇ ਵੱਲੋਂ ਮੱਥਾ ਟੇਕੀ ਜਾ ਕੇ ਪਹਿਲਾਂ। ਤੁਮਰੇ ਪਰ ਤਰ ਕਰ ਵਿਸ਼ਵਾਸਾ। ਤੇ ਫੇਰ ਆ ਵੇਖੋ ਤੇ ਤੁਹਾਡੇ ਦੇ ਭਰੋਸਾ ਰੱਖ ਕੇ ਨਾ ਵੀ ਮੇਰਾ ਤਾਇਆ ਧੀਰਮਲ ਬੜਾ ਸਿਆਣਾ, ਬਹੁਤਾ ਯੋਗ ਹੈ, ਇਸ ਤਰ੍ਹਾਂ ਦਾ ਭਰੋਸਾ ਰੱਖ ਕੇ ਰਾਮ ਰਾਏ ਨੇ ਨਹੀਂ ਪਤਰ ਕਾ ਭੇਜਿਓ ਪਾਸਾ। ਜਿਹੜੀ ਜ਼ਰੂਰੀ ਕੋਈ ਗੱਲ ਬਾਤ ਹੈ ਉਹ ਲਿਖ ਕੇ ਤੁਹਾਡੇ ਕੋਲ ਆ ਪੱਤਰਕਾ ਚਿੱਠੀ ਦੇ ਵਿੱਚ ਮੈਨੂੰ ਭੇਜਿਆ ਹੈ। ਖੋਲ ਪਟੀ ਆਸੇ ਸਭ ਜਾਨਾ। ਧੀਰਮਲ ਨੇ ਉਹ ਚਿੱਠੀ ਲੈ ਕੇ ਖੋਲ ਕੇ ਪੜ੍ਹੀ ਤਾਂ ਸਾਰਾ ਆਸ਼ਾ ਜਾਣ ਗਿਆ ਵੀ ਉਹ ਗੁਰੂ ਬਣਨਾ ਚਾਹੁੰਦਾ ਹੈ। ਹਿਤੂ ਆਪਨ ਕਰ ਬਹੁਮਾਨਾ। ਤੇ ਆਪਣਾ ਹਿੱਤੂ ਜਾਣਿਆ ਵੀ ਇਹ 'ਚ ਮੇਰਾ ਵੀ ਫਾਇਦਾ ਵੀ ਰਾਮ ਰਾਏ ਉਹਨੂੰ ਜੇ ਮੇਰੇ ਕਹਿਣ ਨਾਲ ਗੁਰਿਆਈ ਮਿਲ ਜੇ ਤਾਂ ਮੇਰੇ ਨਾਲ ਹਿੱਤ ਰੱਖੂਗਾ, ਮੇਰੇ ਨਾਲ ਪ੍ਰੇਮ ਰੱਖੂਗਾ, ਉਹਦੀ ਸਰਕਾਰੇ ਦਰਬਾਰੇ ਚੰਗੀ ਗੱਲਬਾਤ ਹੈ। ਤੇ ਧੀਰਮਲ ਨੇ ਸੋਚਿਆ ਵੀ ਮੇਰੀ ਵੀ ਚੰਗੀ ਗੱਲਬਾਤ ਬਣੀ ਰਹੇਗੀ।
ਇਵੇਂ ਆਪਣਾ ਹਿੱਤੂ ਆਪਣੇ ਪੱਖ ਦਾ ਜਾਣਿਆ। ਧੀਰ ਮਲ ਦੇ ਧੀਰ ਵਡੇਰੀ। ਹਾਂ, ਧੀਰਮਲ ਨੇ ਉਸ ਵੇਲੇ ਵੱਡੀ ਧੀਰ ਦਿੱਤੀ। ਜਿਹੜਾ ਦੂਤ ਆਇਆ ਸੀ ਉਸ ਦੇ ਤਾਈ ਕਿ ਜਾ, ਜਦੋਂ ਵਾਪਸ ਜਾਵੇਂਗਾ ਤਾਂ ਉਸ ਵੇਲੇ ਰਾਮ ਰਾਏ ਨੂੰ ਕਹੀ ਮੇਰੇ ਹੁੰਦਿਆਂ ਫਿਕਰ ਕਰਨ ਦੀ ਲੋੜ ਹੀ ਨਹੀਂ, ਮੈਂ ਬੈਠਾ ਇੱਥੇ, ਮੈਂ ਆਪੇ ਸਾਰੀ ਗੱਲ ਕਰ ਲਾਂਗਾ। ਰਾਖਿਓ ਨਿਕਟ ਦੂਤ ਤਿਸ ਦੇਰੀ। ਉਸ ਸਮੇਂ ਆਪਣੇ ਕੋਲ ਹੀ ਦੂਤ ਜਿਹੜਾ ਆਇਆ ਸੀ ਉਹਨੂੰ ਰੱਖ ਲਿਆ ਵੀ ਤੂੰ ਇੱਥੇ ਹੀ ਠਹਿਰ, ਤੇ ਫਿਰ ਸਾਰੀ ਗੱਲ ਜਿਵੇਂ ਆ ਉਹ ਸੁਨੇਹਾ ਦੇ ਕੇ ਭੇਜਾਂਗਾ ਤੈਨੂੰ। ਇੱਕ ਦਿਨ ਮਾਤਾ ਨੀਤੀ ਸੰਗ। ਇਵੇਂ ਧੀਰਮਲ ਨੇ ਇੱਕ ਦਿਨ ਮੌਕਾ ਵੇਖ ਕੇ ਆਪਣੀ ਤੇ ਗੁਰੂ ਹਰਿ ਸਾਹਿਬ ਜੀ ਦੀ ਮਾਤਾ ਨੇਤੀ ਅਨੰਤੀ ਜੀ ਵੀ ਭਾਵ ਨਿਹਾਲ ਕੌਰ ਜੀ ਦੇ ਨਾਲ ਵਰਣਨ ਕੀਨੋ ਸਗਲ ਪ੍ਰਸੰਗ। ਸਾਰਾ ਹੀ ਪ੍ਰਸੰਗ ਜਿਵੇਂ ਰਾਮ ਰਾਏ ਨੇ ਚਿੱਠੀ ਵਿੱਚ ਲਿਖ ਭੇਜਿਆ ਸੀ ਉਹ ਵਰਣਨ ਕੀਤਾ ਮਾਤਾ ਨਿਹਾਲ ਕੌਰ ਨੂੰ ਵੀ ਮਾਤਾ ਜੀ ਉਧਰ ਤੁਹਾਡਾ ਪੋਤਰਾ ਰਾਮ ਰਾਏ ਉਹ ਤਾਂ ਬਖੇੜਾ ਖੜਾ ਕਰ ਦੂਗਾ। ਆਹ ਸਾਰੀ ਗੱਲਬਾਤ ਹੈ। ਜਥਾ ਜੋਗ ਜੇ ਹੋਵਤ ਬਾਤ। ਤੇ ਇਸ ਕਰਕੇ ਆਪਾਂ ਨੂੰ ਚਾਹੀਦਾ ਜਿਹੜੀ ਗੱਲ ਜੋਗ ਹੋਵੇ, ਜਿਹੜੀ ਗੱਲ ਹੋਣੀ ਚਾਹੀਦੀ ਹੈ, ਜਿਹੜੀ ਚੀਜ਼ ਸਹੀ ਹੈ ਉਹੀ ਹੋਣੀ ਚਾਹੀਏ। ਵੀ ਜੋਗ ਗੱਲ ਤਾਂ ਇਹੀ ਹੈ ਵੀ ਰਾਮ ਰਾਏ ਗੁਰੂ ਬਣੇ ਵੱਡਾ ਹੈ, ਤੇ ਇਹ ਆਪਾਂ ਜਾ ਕੇ ਗੁਰੂ ਹਰਿ ਸਾਹਿਬ ਜੀ ਨੂੰ ਸਮਝਾਉਣਾ ਕਰੀਏ। ਤੋ ਨਹਿ ਹੋਏ ਸਕੇ ਉਤਪਾਤ। ਜੇ ਤਾਂ ਜਥਾ ਜੋਗ ਬਣਦੀ ਗੱਲ ਕਰਨਗੇ ਗੁਰੂ ਹਰਿ ਸਾਹਿਬ, ਮੇਰੇ ਛੋਟੇ ਭਰਾ ਤੁਹਾਡੇ ਛੋਟੇ ਪੁੱਤਰ, ਫੇਰ ਤਾਂ ਉਤਪਾਤ ਝਗੜਾ ਕੋਈ ਨਹੀਂ ਪਵੇਗਾ ਗੁਰੂ ਘਰ ਵਿੱਚ। ਤੇ ਅਨੁਚਿਤ ਬਨੇ ਦੁਖਦਾਈ। ਪਰ ਜੇ ਅਨੁਚਿਤ ਗੱਲ ਹੋ ਗਈ ਨਾ ਕਿਤੇ, ਜੇ ਰਾਮ ਰਾਏ ਨੂੰ ਗੱਦੀ ਨਾ ਮਿਲੀ ਤਾਂ ਬਹੁਤਾ ਦੁਖਦਾਈ ਸਮਾਂ ਬਣ ਜਾਏਗਾ। ਸ੍ਰੀ ਹਰਿ ਰਾਏ ਦੇਹੁ ਸਮਝਾਈ। ਇਸ ਕਰਕੇ ਮਾਤਾ ਜੀ ਚਲੋ ਮੇਰੇ ਨਾਲ ਗੁਰੂ ਹਰਿ ਸਾਹਿਬ ਜੀ ਨੂੰ ਸਮਝਾ ਦਈਏ। ਜੇਸ਼ਟ ਪੁੱਤਰ ਭਲੋ ਅਧਿਕਾਰੀ। ਆਪਾਂ ਸਿੱਖਿਆ ਦਈਏ ਵੀ ਤੁਹਾਡਾ ਜੇਠਾ ਪੁੱਤਰ ਬੜਾ ਪਹਿਲੀ ਗੱਲ ਗੁਣੀ ਹੈ ਰਾਮ ਰਾਏ, ਫਿਰ ਗੁਰਤਾ ਗੱਦੀ ਤੇ ਬੈਠਣ ਦੇ ਯੋਗ ਅਧਿਕਾਰੀ ਵੀ ਉਹੀ ਹੈ। ਮਹਾ ਸਮਤ ਜੁਤ ਲਿਹੁ ਵਿਚਾਰੀ। ਹਾਂ, ਉਹ ਆਪਣੀ ਤੁਸੀਂ ਸਮਤ ਦੇ ਸਹਿਤ ਮਹਾ ਸਮਤ ਜੁਤ ਲੇਹੋ ਵਿਚਾਰੀ। ਇਹ ਸਿੱਖਿਆ ਦਈਏ। ਧੀਰਮਲ ਆਪਣੀ ਮਾਈ ਨੂੰ ਕਹਿੰਦਾ ਗੁਰੂ ਹਰਿ ਸਾਹਿਬ ਨੂੰ ਵੀ ਤੁਸੀਂ ਚੰਗੀ ਤਰ੍ਹਾਂ ਵਿਚਾਰ ਕਰ ਲਓ ਹਾਲਾਂ ਵਿੱਚ। ਜਿਨ ਕੀਨੋ ਅਵਰੰਗ ਅਨੁਸਾਰੇ। ਕਿਉਂਕਿ ਜਿਸ ਰਾਮ ਰਾਏ ਨੇ ਉਹ ਰੰਗਜੇ ਵਰਗੇ ਦੁਸ਼ਟ ਨੂੰ ਆਪਣੇ ਅਨੁਸਾਰੀ ਕਰ ਲਿਆ, ਆਪਣੇ ਨਾਲ ਉਹਦਾ ਪ੍ਰੇਮ ਬਣਾ ਲਿਆ। ਅਵਰਨ ਕੀ ਕਿਆ ਬਾਤ ਵਿਚਾਰੇ। ਹੋਰ ਕਿਸੇ ਦੀ ਕੀ ਗੱਲ ਹੈ ਵੀ ਉਹ ਤਾਂ ਸਾਰਿਆਂ ਨੂੰ ਨੱਪੀ ਫਿਰੂਗਾ, ਉਹ ਤਾਂ ਕਿਸੇ ਨੂੰ ਬਖਸ਼ੂਗਾ ਨਹੀਂ। ਫੇਰ ਇਹ ਸਮਝਾਏ ਮਾਤ ਕੋ ਭਲੇ। ਇਸ ਤਰ੍ਹਾਂ ਧੀਰਮਲ ਨੇ ਆਪਣੀ ਮਾਤਾ ਨਿਹਾਲ ਕੌਰ ਨੂੰ ਬੜੇ ਢੰਗ ਤਰੀਕਿਆਂ ਨਾਲ ਸਮਝਾ ਕੇ ਵੀ ਮਾਤਾ ਜੀ ਜੇ ਤੁਸੀਂ ਯਤਨ ਨਾ ਕੀਤਾ ਤੁਹਾਡੇ ਫਿਰ ਅੱਗੇ ਪਰਿਵਾਰ 'ਚ ਪੋਤਰਿਆਂ 'ਚ ਬਖੇੜਾ ਪੈ ਜਾਊਗਾ। ਸ੍ਰੀ ਹਰਿ ਰਾਏ ਨਿਕਟ ਪੁਨ ਚਲੇ। ਐਂ ਸਮਝਾ ਕੇ ਮਾਈ ਦੇ ਮੰਨਣ 'ਚ ਗੱਲ ਆ ਗਈ ਤੇ ਧੀਰਮਲ ਲੈ ਕੇ ਆਪਣੀ ਮਾਤਾ ਨੂੰ ਨਾਲ ਜਿੱਥੇ ਗੁਰੂ ਹਰਿ ਸਾਹਿਬ ਜੀ ਬਿਰਾਜਮਾਨ ਸਨ ਉੱਥੇ ਚੱਲ ਪਏ ਦੋਵੇਂ ਜਾਣੇ। ਤੇ ਇਕਾਕੀ ਹੇਰੇ ਜਾਏ। ਜਾ ਕੇ ਵੇਖਿਆ ਵੀ ਗੁਰੂ ਸਾਹਿਬ ਜੀ ਇਕਾਂਤ ਵਿੱਚ ਬੈਠੇ ਹਨ। ਸਤਿਗੁਰ ਸਾਦਰ ਲੈ ਬਿਠਾਏ। ਜਦੋਂ ਸਤਿਗੁਰਾਂ ਨੇ ਵੇਖਿਆ ਵੀ ਮਾਤਾ ਜੀ ਆਏ ਨੇ, ਵੱਡਾ ਭਰਾ ਆਇਆ ਧੀਰਮਲ, ਬੜੇ ਪਿਆਰ ਸਤਿਕਾਰ ਦੇ ਬਚਨ ਕਹਿ ਕੇ ਆਪਣੇ ਨੇੜੇ ਬਿਠਾ ਲਿਆ। ਨੇਤੀ ਜਨਨੀ ਗਿਰਾ ਉਚਾਰੀ। ਮਾਤਾ ਨਿਹਾਲ ਕੌਰ ਜੀ ਨੇ ਗੁਰੂ ਹਰਿ ਸਾਹਿਬ ਜੀ ਦੀ ਮਾਈ ਨੇ ਬਚਨ ਸ਼ੁਰੂ ਕੀਤਾ ਗੁਰੂ ਸਾਹਿਬ ਦੇ ਕੋਲ। ਆਪ ਪਰਦੀਨ ਸਗਲ ਮਤ ਭਾਰੀ। ਇਹ ਪੁੱਤਰ ਗੁਰੂ ਸਤਿਗੁਰੂ ਹਰਿ ਸਾਹਿਬ ਜੀ, ਪਹਿਲੀ ਤਾਂ ਗੱਲ ਹੈ ਮੈਂ ਤੁਹਾਨੂੰ ਕਹਾਂ ਤੇ ਦੱਸਾਂ ਕਿ ਤੁਸੀਂ ਤਾਂ ਆਪ ਹੀ ਆਪਣੇ ਆਪ 'ਚ ਬੜੇ ਪ੍ਰਵੀਨ, ਬਹੁਤੇ ਸਿਆਣਪ ਰੱਖਣ ਵਾਲੇ ਸਿਆਣੇ ਹੋ। ਬਾਲ ਆਰ ਬਲ ਮਹਿ ਨਿਜ ਗੁਣ ਤੇ। ਤੁਸੀਂ ਆਪਣੀ ਬਾਲ ਅਵਸਥਾ ਜੀ, ਛੋਟੀ ਹੀ ਉਮਰ ਸੀ, ਪਰ ਆਪਣੇ ਗੁਣਾ ਕਰਕੇ, ਆਪਣੀ ਲਿਆਕਤ, ਆਪਣੇ ਨੇਕ ਸੁਭਾਅ ਕਰਕੇ ਲੈ ਰਜਾਏ ਪਿਤਾਮਾ ਮਨ ਤੇ। ਆਪਣੇ ਦਾਦਾ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਰਝਾ ਲਿਆ ਆਪਣੇ ਤੇ। ਛੋਟੀ ਹੀ ਉਮਰ ਸੀ ਤੁਹਾਡੀ, 8 ਵਰ੍ਹਿਆਂ ਦੇ ਹੀ ਹੋਏ ਸੀ ਜਦੋਂ ਤੁਹਾਡੇ ਦਾਦਾ ਸਤਿਗੁਰੂ ਜੀ ਖੁਸ਼ ਹੋ ਕੇ ਤੁਹਾਨੂੰ ਗੁਰਿਆਈ ਬਖਸ਼ ਗਏ। ਜਿਸ ਤੇ ਉਚਤ ਪੁੱਤਰ ਸਭ ਤਿਆਗੇ। ਵੇਖੋ ਸਾਰੇ ਉਚਤ ਵੱਡੇ ਪੁੱਤਰ ਸੂਰਜਮਲ, ਫਿਰ ਅਣੀ ਰਾਏ ਤੇ ਹੋਰ ਜਿਵੇਂ ਸ੍ਰੀ ਤੇਗ ਬਹਾਦਰ ਸਾਹਿਬ,
ਉਹ ਵੱਡੇ ਸਨ ਸਾਰੇ ਹੀ। ਆਪਣੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਿਆਗ ਕੇ, ਭਾਵ ਕਿ ਆਪਣੇ ਪੁੱਤਰਾਂ ਨੂੰ ਛੱਡ ਕਰਕੇ ਸੁਰਤਾ ਤੁਮਹਿ ਦਈ ਅਨੁਰਾਗੇ। ਤੁਹਾਡੇ ਤੇ ਇੰਨੇ ਖੁਸ਼ ਹੋਏ ਹੈ ਗੁਰੂ ਹਰਿ ਸਾਹਿਬ ਜੀ, ਤੁਹਾਡੇ ਦਾਦਾ ਸਤਿਗੁਰੂ, ਵੀ ਆਪਣੇ ਪੁੱਤਾਂ ਨੂੰ ਛੱਡ ਕੇ ਗੁਰਿਆਈ ਤੁਹਾਨੂੰ ਬਖਸ਼ ਦਿੱਤੀ ਗੁਰੂ ਨਾਨਕ ਸਾਹਿਬ ਦੀ। ਜਾਤੇ ਕਹਿਬੋ ਬਨੇ ਨ ਕੋਈ। ਇਸ ਕਰਕੇ ਤੁਸੀਂ ਇੰਨੇ ਸਿਆਣੇ ਹੋ ਵੀ ਮੇਰਾ ਤੁਹਾਨੂੰ ਕੁਝ ਕਹਿਣਾ ਬਣਦਾ ਹੀ ਨਹੀਂ, ਤੁਹਾਨੂੰ ਸਮਝਾਉਂਦਿਆਂ ਮੈਂ ਚੰਗੀ ਹੋਈ ਨਹੀਂ ਲੱਗਦੀ। ਜੋ ਕਿਛ ਕਰੋ ਭਲੀ ਬਿਦ ਸੋਈ। ਕਿਉਂਕਿ ਤੁਸੀਂ ਜੋ ਵੀ ਕਰਦੇ ਹੋ ਉਹੀ ਕੰਮ ਭਲਾ ਹੀ ਕਰਦੇ ਹੋ, ਉਹ 'ਚ ਕੋਈ ਮਾੜਾ ਨਹੀਂ ਹੁੰਦਾ। ਤੁਮਰੋ ਬੜ ਭਰਾਤ ਵੀ ਆਇਓ। ਪਰ ਫੇਰ ਵੀ ਆ ਵੇਖ, ਮੈਂ ਵੀ ਤੁਹਾਡੇ ਕੋਲ ਆਈ ਆ ਮਾਤਾ ਚੱਲ ਕੇ, ਆ ਤੁਹਾਡਾ ਵੱਡਾ ਭਰਾ ਧੀਰਮਲ ਇਹ ਵੀ ਚੱਲ ਕੇ ਆਇਆ ਸੀ। ਕੋਈ ਗੱਲਬਾਤ ਤੁਹਾਡੇ ਨਾਲ ਜ਼ਰੂਰੀ ਫੇਰ ਵੀ ਕਹਿਣੀ ਚਾਹੁੰਦੇ ਹਾਂ। ਕਹਿਨ ਹੇਤ ਸਭ ਵਿਦ ਬਨ ਆਇਓ। ਆ ਜਿਵੇਂ ਗੱਲ ਕਹਿਣੀ ਬਣਦੀ ਜੋ ਜੋਗ ਹੈ ਉਹ ਤੁਹਾਨੂੰ ਬੇਨਤੀ ਕਰਨ ਵਾਸਤੇ ਹੈ ਸਤਿਗੁਰੂ ਜੀ ਅਸੀਂ ਆਏ ਆ। ਸ੍ਰੀ ਹਰਿ ਰਾਏ ਸੁਨਤ ਪੁਨ ਭਾਖਾ। ਧੰਨ ਗੁਰੂ ਹਰਿ ਸਾਹਿਬ ਜੀ ਨੇ ਜਦੋਂ ਆਪਣੀ ਮਾਈ ਮਾਤਾ ਨਿਹਾਲ ਕੌਰ ਦੇ ਕੋਲੋਂ ਸੁਣਿਆ ਵੀ ਮੈਂ ਤੇ ਆ ਤੁਹਾਡਾ ਵੱਡਾ ਭਰਾ ਤੁਹਾਨੂੰ ਕੋਈ ਜ਼ਰੂਰੀ ਬਚਨ ਕਰਨ ਆਏ ਆ, ਸਲਾਹ ਦੇਣ ਆਏ ਆ, ਤਾਂ ਸੁਣ ਕੇ ਗੁਰੂ ਹਰਿ ਸਾਹਿਬ ਜੀ ਕਹਿਣ ਲੱਗੇ, ਕਹੋ ਜਥਾ ਔਰ ਕੀ ਅਬਲਾਖਾ। ਕਹਿਣ ਲੱਗੇ ਹੇ ਮਾਤਾ ਜੀ, ਹੇ ਭਰਾਤਾ ਜੀ, ਜਿਵੇਂ ਤੁਹਾਡੇ ਦਿਲ ਦੀ ਅਬਲਾਖਾ ਇੱਛਾ ਹੈ ਤੁਸੀਂ ਪ੍ਰਗਟ ਕਰਕੇ ਕਹੋ, ਜੋ ਚਾਹੁੰਦੇ ਹੋ ਉਹੀ ਦੱਸ ਦਿਓ। ਇੱਕ ਜਨਨੀ ਦੂਸਰ ਬੜ ਭਰਾਤਾ। ਇੱਕ ਤੁਸੀਂ ਮੇਰੇ ਜਨਨੀ ਮੇਰੇ ਸਤਿਕਾਰਯੋਗ ਮਾਤਾ ਹੋ, ਦੂਸਰਾ ਮੇਰਾ ਵੱਡਾ ਭਰਾ ਹੈ ਧੀਰਮਲ। ਤੁਸੀਂ ਦੋਵੇਂ ਹੀ ਮੇਰੇ ਤੋਂ ਵੱਡੇ ਸਤਿਕਾਰਯੋਗ। ਮਹਾਰਾਜ ਕਹਿੰਦੇ ਜੋ ਕਹਿਣ ਆਏ ਹੋ ਦੱਸਣਾ ਕਰੋ। ਤੁਮਰੇ ਸੁਨ ਹੈ ਸਰਬ ਬਿਰਤਾਂਤਾ। ਤੁਹਾਡਾ ਸਾਰਾ ਹੀ ਵਰਤਾਂਤ ਅਸੀਂ ਸੁਣਾਂਗੇ, ਜਿਵੇਂ ਵੀ ਤੁਸੀਂ ਚਾਹੋ ਦੱਸਣਾ ਕਹਿਣਾ। ਧੀਰਮਲ ਬੋਲਿਓ ਤੈ ਸਮੈ। ਉਸ ਵੇਲੇ ਫਿਰ ਧੀਰਮਲ ਨੇ ਸਮਾਂ ਪਾ ਕੇ ਵੀ ਹੁਣ ਗੱਲ ਕਹਿਣੀ ਬਣਦੀ ਹੈ, ਕਹਿਣ ਲੱਗਾ, ਜਿਵੇਂ ਆਸੀ ਹੋਏ ਸੋ ਕਹਿ ਤੁਮੈ। ਹੇ ਭਰਾਤਾ ਸਤਿਗੁਰੂ ਹਰਿ ਰਾਏ ਸਾਹਿਬ ਜੀ, ਅਸੀਂ ਵੱਡੇ ਆ ਸਰੀਰ ਕਰਕੇ, ਪਰ ਗੁਰਿਆਈ ਤੇ ਤੁਸੀਂ ਬਣੇ ਬੈਠੇ ਹੋ, ਪਰ ਫਿਰ ਵੀ ਤੁਹਾਡਾ ਭਲਾ ਚਾਹੁੰਦੇ ਆ। ਜਿਵੇਂ ਗੱਲ ਚੰਗੀ ਬਣੇ, ਜਿਹੜੀ ਜੋਗ ਹੋਵੇ ਉਹ ਤੁਹਾਨੂੰ ਕਹਿਣਾ ਚਾਹੁੰਦੇ ਹਾਂ। ਦੀਰਘ ਦ੍ਰਿਸ਼ਟ ਵਿਚਾਰਨ ਕਰੋ। ਦੀਰਘ ਦ੍ਰਿਸ਼ਟ ਵਿਚਾਰਨ ਕਰੋ, ਦੂਰ ਦ੍ਰਿਸ਼ਟੀ ਦੇ ਨਾਲ ਚੰਗੀ ਤਰ੍ਹਾਂ ਵਿਚਾਰ ਕਰਕੇ ਵੇਖੋ ਜੋ ਅਸੀਂ ਕਹਿਣਾ ਹੈ। ਪੂਰਬ ਕੇ ਪ੍ਰਸੰਗ ਚਿਤ ਧਰੋ। ਫਿਰ ਆਪਣੇ ਚਿੱਤ 'ਚ ਪਹਿਲੇ ਜਿਹੜੇ ਗੁਰੂ ਘਰ ਦੇ ਵਿੱਚ ਪ੍ਰਸੰਗ ਹੋਏ ਆ ਉਹ ਵੀ ਚੇਤੇ 'ਚ ਧਿਆਨ 'ਚ ਲੈ ਕੇ ਆਵੋ। ਸ੍ਰੀ ਗੁਰੂ ਰਾਮਦਾਸ ਜਿਮ ਕੀਨ। ਧੀਰਮਲ ਨੇ ਉਵੇਂ ਹੀ ਗੱਲ ਸ਼ੁਰੂ ਕੀਤੀ ਜਿਵੇਂ ਰਾਮ ਰਾਏ ਨੇ ਕਹਿ ਭੇਜਿਆ ਸੀ, ਵੀ ਵੱਡੇ ਸਤਿਗੁਰੂ ਰਾਮਦਾਸ ਜੀ ਨੇ ਵੇਖੋ ਜਿਵੇਂ ਕੀਤਾ। ਭਏ ਉਪਦਰਵ ਪਾਸੇ ਪੀਨ। ਵੀ ਉਹਨਾਂ ਤੋਂ ਪਿੱਛੋਂ ਫਿਰ ਵੇਖੋ ਕਿੰਨੇ ਉਪਦਰਵ, ਕਿੰਨੇ ਝਗੜੇ ਝਮੇਲੇ ਚੌਥੇ ਪਾਤਸ਼ਾਹ ਦੇ ਸੱਚਖੰਡ ਜਾਣ ਤੋਂ ਬਾਅਦ ਹੋਏ। ਲਾਗ ਸੁਤ ਕੋ ਨਿਜ ਥਲ ਬੈਠਾਰਾ। ਮਹਾਰਾਜ ਨੇ ਆਪਣੇ ਛੋਟੇ ਪੁੱਤਰ ਗੁਰੂ ਅਰਜਨ ਦੇਵ ਸਾਹਿਬ ਨੂੰ ਗੁਰਿਆਈ ਤੇ ਬਿਠਾ ਦਿੱਤਾ ਸੀ। ਪ੍ਰਿਥੀ ਕੀਨੋ ਦਵੈਸ ਉਦਾਰਾ। ਪਰ ਪ੍ਰਿਥੀ ਚੰਦ ਨੇ ਫਿਰ ਵੇਖੋ ਕੀ ਕੀਤਾ, ਜਿਹੜਾ ਵੱਡਾ ਪੁੱਤਰ ਸੀ, ਜਿਹੜਾ ਗੱਦੀ ਦੇ ਬਹਿਣ ਦੇ ਯੋਗ ਸੀ, ਉਹਨੇ ਦਵੈਸ਼ ਹੀ ਕੀਤਾ ਨਾ, ਕਿੰਨੇ ਝਗੜੇ ਝਮੇਲੇ ਗੁਰੂ ਘਰ ਵਿੱਚ ਪਾਈ ਰੱਖੇ। ਅੰਤ ਸਮੇਂ ਲਗ ਟਿਕ ਤੁਰ ਕੇਸ। ਅੰਤ ਸਮੇਂ ਤੀਕਰ ਤੁਰਕਾਂ ਦੇ ਪਾਸ ਜਾਂਦਾ ਰਿਹਾ। ਕਰਤੋ ਰਹਿ ਪੁਕਾਰ ਹਮੇਸ਼। ਹਮੇਸ਼ਾ ਹੀ ਗੁਰੂ ਅਰਜਨ ਦੇਵ ਸਾਹਿਬ ਤੇ ਪੁਕਾਰਾਂ ਕਰਦਾ ਰਿਹਾ। ਆਪਣੇ ਛੋਟੇ ਭਰਾ ਦੇ ਉੱਤੇ ਕੋਈ ਨਾ ਕੋਈ ਸ਼ਿਕਾਇਤ ਲੈ ਕੇ ਜਾਂਦਾ ਹੀ ਰਿਹਾ ਸਰਕਾਰ ਕੋਲ। ਸ੍ਰੀ ਅਰਜਨ ਕੋ ਕਸ਼ਟ ਉਪਾਵਨ। ਤੇ ਵੇਖੋ ਫਿਰ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੂੰ ਕਿੰਨੇ ਕਸ਼ਟ, ਕਿੰਨੇ ਦੁੱਖ ਝੱਲਣੇ ਪਏ ਇਸੇ ਕਰਕੇ। ਇਸ ਦਿਨ ਕੀਨੇ ਜਤਨ ਬਣਾਵਨ। ਰਾਤ ਦੇਣੀ ਧੀਰਮਲ ਕਹਿੰਦਾ, ਹੈ ਗੁਰੂ ਹਰਿ ਸਾਹਿਬ ਜੀ, ਪ੍ਰਿਥੀ ਚੰਦ ਨੇ ਆਪਣੇ ਛੋਟੇ ਭਰਾ ਨੂੰ ਦੁਖੀ ਕਰਨ ਦੇ ਲਈ ਬੜੇ ਯਤਨ, ਬੜੇ ਹੀਲੇ ਵਸੀਲੇ ਕੀਤੇ ਹਨ। ਹਮੇਸ਼ਾ ਲਗਤਾ ਆਪਣੀ ਨਾਹਨ ਚੀਨੀ। ਆਪਣੀ ਲਗਤਾ ਨਹੀਂ ਉਹ ਜਾਣ ਸਕਿਆ ਵੀ ਮੈਂ ਵੱਡਾ ਸੀ, ਮੈਂ ਇੱਥੇ ਗੱਦੀ ਤੇ ਬਹਿਣਾ, ਮੇਰਾ ਛੋਟਾ ਭਰਾ ਕਿਵੇਂ ਬਹਿ ਗਿਆ। ਇਹਦੇ ਵਿੱਚ ਆਪਣੀ ਹੀਣਤਾ ਮੰਨੀ ਉਹਨੇ,
ਆਪਣੀ ਲਗਤਾ ਜਿਹੜੀ ਹੈ ਉਹਨੂੰ ਸਹਾਰ ਨਹੀਂ ਸਕਿਆ। ਅਦਕ ਸਰੀਕੇ ਮਹਿ ਮਤ ਭੀਨੀ। ਤੇ ਬਹੁਤ ਸ਼ਰੀਕਾ ਕਰਨ ਦੇ ਵਿੱਚ ਹੀ ਮਤ ਭਿੱਜੀ ਰਹੀ ਪ੍ਰਿਥੀ ਚੰਦ ਦੀ ਗੁਰੂ ਅਰਜਨ ਦੇਵ ਸਾਹਿਬ ਨਾਲ। ਇਸੇ ਹੀ ਝਗੜੇ ਮਹਿ ਮਰ ਗਇਓ। ਵੇਖੋ ਉਹ ਝਗੜਾ ਕਰਦੇ ਹੀ ਪ੍ਰਿਥੀ ਚੰਦ ਮਰ ਗਿਆ, ਪਰ ਹਟਿਆ ਨਹੀਂ ਆਪਣੇ ਛੋਟੇ ਭਰਾ ਗੁਰੂ ਅਰਜਨ ਦੇਵ ਸਾਹਿਬ ਨਾਲ ਝਗੜਾ ਕਰਦੇ ਆ। ਨਹੀਂ ਮੇਲ ਭਰਾਤਾ ਸੰਗ ਕੀਓ। ਤੇ ਸਾਰੀ ਉਮਰ ਆਪਣੇ ਭਰਾ ਦੇ ਨਾਲ ਮੇਲ ਹੀ ਨਹੀਂ ਰੱਖਿਆ, ਪੰਜਵੇਂ ਪਾਤਸ਼ਾਹ ਨਾਲ ਕੋਈ ਸਾਂਝ ਹੀ ਨਹੀਂ ਰੱਖੀ ਉਸਨੇ। ਸੋ ਬਿਦ ਮੈਂ ਨੀਕੇ ਕਰ ਜਾਨੀ। ਤੇ ਧੀਰਮਲ ਕਹਿੰਦਾ ਵੀ ਉਹ ਸਾਰੀ ਸਾਖੀ ਜਿਹੜੀ ਆ ਨਾ ਉਹ ਵੇਖ ਕੇ ਸੁਣ ਕੇ ਤੇ ਮੈਂ ਚੰਗੀ ਤਰ੍ਹਾਂ ਇਸ ਨਿਰਣੇ ਦੇ ਪਹੁੰਚਿਆ, ਇਹ ਗੱਲ ਜਾਣੀ ਹੈ। ਸਦਨ ਆਪ ਕੇ ਹੋਏ ਤੇ ਮਠਾਨੀ। ਇਹ ਗੁਰੂ ਹਰਿ ਸਾਹਿਬ ਜੀ ਤੁਹਾਡੇ ਤੋਂ ਪਿੱਛੋਂ ਤੁਹਾਡੇ ਘਰ 'ਚ ਵੀ ਉਸੇ ਤਰ੍ਹਾਂ ਹੀ ਹੋਊਗੀ ਜਿਵੇਂ ਗੁਰੂ ਰਾਮਦਾਸ ਜੀ ਦੇ ਘਰ ਵਿੱਚ ਹੋਇਆ ਹੈ। ਉਚਤ ਪੁੱਤਰ ਕੋ ਤਿਆਗਨ ਕਰਿਓ। ਕਿਉਂਕਿ ਤੁਹਾਡਾ ਉਚਿਤ ਜੋਗ ਪੁੱਤਰ ਸੀ ਰਾਮ ਰਾਏ, ਉਹਨੂੰ ਤੇ ਤੁਸੀਂ ਤਿਆਗ ਛੱਡਿਆ, ਉਹਨੂੰ ਤੇ ਕਿਹਾ ਵੀ ਸਾਡੇ ਮੱਥੇ ਨਾ ਲੱਗੀ, ਘਰ 'ਚ ਨਾ ਵੜੀ। ਅਜਰਤ ਸਾਥ ਸੂਤ ਜਿਨ ਧਰਿਓ। ਜਿਸ ਰਾਮ ਰਾਏ ਨੇ, ਜਿਸ ਤੁਹਾਡੇ ਪੁੱਤਰ ਨੇ ਔਰੰਗਜ਼ੇਬ ਨਾਲ ਆਪਣਾ ਸੂਤ ਕੀਤਾ, ਬਾਦਸ਼ਾਹ ਜਿਸ ਤੁਹਾਡੇ ਪੁੱਤਰ ਦੀ ਗੱਲ ਹਰ ਇੱਕ ਮੰਨਦਾ, ਉਹਦੇ ਨਾਲ ਪ੍ਰੇਮ ਰੱਖਦਾ, ਆਪਣੀ ਸਭਾ ਵਿੱਚ ਉਹਨੂੰ ਨਿਤ ਬੁਲਾਉਂਦਾ, ਉਸ ਵੱਡੇ ਪੁੱਤਰ ਨੂੰ ਤੁਸੀਂ ਤਿਆਗ ਛੱਡਿਆ ਹੈ। ਕਾਰਜ ਘਰ ਕੇ ਸਗਲ ਸੁਧਾਰੇ। ਵੇਖੋ ਧੀਰਮਲ ਕਹਿੰਦਾ ਵੀ ਉਹਨੇ ਤਾਂ ਤੁਹਾਡੇ ਘਰ ਦੇ ਕਾਰਜ ਹੀ ਸੁਧਾਰੇ ਆ ਨਾ ਮਹਾਰਾਜ। ਤੁਹਾਡੇ ਪੁੱਤਰ ਨੇ ਕੀ ਵਿਗਾੜ ਕੀਤਾ ਹੈ? ਉਹਨੇ ਤਾਂ ਬੜੇ ਕੰਮ ਤੁਹਾਡੇ ਸੁਧਾਰੇ ਹਨ। ਕਰ ਚਤੁਰਾਈ ਜਸ ਵਿਸਤਾਰੇ। ਵੇਖੋ ਆਪਣੀ ਚਤੁਰਾਈ ਸਿਆਣਪ ਦੇ ਨਾਲ ਗੁਰੂ ਘਰ ਦਾ ਕਿੰਨਾ ਜਸ ਉਹਨੇ ਦਿੱਲੀ ਵਿੱਚ ਫੈਲਾਇਆ, ਕਿੰਨਾ ਤੁਹਾਡਾ ਉਹਨੇ ਜਸ ਕਰਾਇਆ ਹੈ। ਸੰਗਤ ਬਿਰਦ ਆਪਣੀ ਕੀਨੀ। ਬਹੁਤ ਹੀ ਸਿੱਖ ਸੰਗਤ ਉਹਨੇ ਆਪਣੀ ਸੇਵਕ ਬਣਾਈ ਹੋਈ ਰਾਮ ਰਾਏ ਨੇ। ਜੇਤ ਕਿਤ ਤੇ ਪੂਜਾ ਬਹਲੀਨੀ। ਜਿੱਥੋਂ ਕਿੱਥੋਂ ਬਹੁਤ ਹੀ ਪੂਜਾ ਲੈਂਦਾ, ਬਹੁਤ ਹੀ ਲੋਕ ਸਿੱਖ ਸੇਵਕ ਉਹਦੇ ਦਰ ਤੇ ਆਉਂਦੇ ਹਨ। ਸਰਬ ਭਾਂਤ ਤੇ ਭਾ ਸਮਰੱਥ। ਹਰ ਤਰ੍ਹਾਂ ਕਰਕੇ ਹੇ ਮਹਾਰਾਜ ਤੁਹਾਡਾ ਪੁੱਤਰ ਰਾਮ ਰਾਏ ਸਮਰੱਥ ਹੈ, ਸੰਗਤ ਵੀ ਬੜੀ ਜੁੜੀ ਹੈ, ਪੈਸੇ ਮਾਇਆ ਵੀ ਬਹੁਤ ਹੈ, ਸਰਕਾਰ ਦੇ ਨਾਲ ਵੀ ਉਹਦੀ ਪੂਰੀ ਗੱਲਬਾਤ ਹੈ। ਤੁਰਕ ਈਸ਼ਵਰ ਹੈ ਜਿਸ ਕੇ ਹੱਥ। ਹਾਂ, ਤੁਰਕ ਜਿਹਦੇ ਹੱਥ ਵਸ ਨੇ, ਜੋ ਰਾਮ ਰਾਏ ਕਹਿ ਦੇ ਔਰੰਗਜ਼ੇਬ ਨੂੰ ਉਹੀ ਕਰ ਦੂਗਾ ਉਸੇ ਵੇਲੇ। ਜੋ ਤੁਮ ਗੁਰਤਾ ਦੇਹੋ ਨ ਤਾਹੀ। ਧੀਰਮਲ ਜਿਹੜਾ ਹੈ ਕਹਿੰਦਾ ਵੀ ਉਹਨੂੰ ਤੁਸੀਂ ਗੁਰਤਾ ਗੱਦੀ ਕਿਉਂ ਨਹੀਂ ਦਿੰਦੇ। ਵੇਖੋ ਧੀਰਮਲ ਆਪ ਵੀ ਗੁਰਿਆਈ ਦਾ ਲਾਲਚੀ ਰਿਹਾ ਤੇ ਇਹਨੂੰ ਇਹੀ ਲੱਗਦਾ ਵੀ ਤੁਰਕਾਂ ਨਾਲ ਸਰਕਾਰ ਨਾਲ ਗੱਲ ਹੋਣੀ ਇਹ ਬੜੀ ਵੱਡੀ ਗੱਲ ਹੈ। ਬੜੇ ਰਾਜਨੇਤਾ ਲੋਕ ਅੱਜ ਕੱਲ੍ਹ ਵੀ ਇਸੇ ਕਰਕੇ ਗੁਰੂ ਸਾਹਿਬ ਜੀ ਦੀ ਵਡਿਆਈ ਨੂੰ ਛੋਟਿਆਂ ਸਮਝ ਕੇ ਤੇ ਇਹੋ ਜਿਹੇ ਕੰਮ ਨੂੰ ਵੱਡਾ ਸਮਝ ਲੈਂਦੇ ਨੇ। ਪਰ ਗੁਰੂ ਹਰਿ ਸਾਹਿਬ ਸੱਚੇ ਪਾਤਸ਼ਾਹ ਉਹ ਮਹਾਰਾਜ ਕੀ ਜਾਣਦੇ, ਸਰਕਾਰਾਂ ਨੂੰ ਉਹਦੇ ਸੱਚੀ ਸਰਕਾਰ ਹਨ, ਉਹਦੇ ਪਾਤਸ਼ਾਹਾਂ ਦੇ ਸੱਚੇ ਪਾਤਸ਼ਾਹ ਨੇ। ਪਰ ਫਿਰ ਵੀ ਧੀਰਮਲ ਹਾਲਾਂ ਆਪਣੀ ਸਿਆਣਪ ਵਿਖਾ ਰਿਹਾ। ਮਹਾਰਾਜ ਤੁਹਾਡੇ ਰਾਮ ਰਾਏ ਪੁੱਤਰ ਦੀ ਬੜੀ ਸੰਗਤ ਜੁੜੀ ਆ ਉਹਦੇ ਨਾਲ, ਬੜਾ ਉਹ ਕੋ ਪੈਸਾ ਏ, ਬੜਾ ਜਸ ਕਰਾਊਗਾ ਤੁਹਾਡਾ, ਸਰਕਾਰ ਉਹਦੇ ਹੱਥ ਦੇ ਵਿੱਚ ਹੈ, ਉਹਨੂੰ ਤੁਸੀਂ ਗੁਰਤਾ ਗੱਦੀ ਕਿਉਂ ਨਹੀਂ ਦੇਣਾ ਚਾਹੁੰਦੇ। ਤਨ ਕੇ ਅੰਤ ਹੋਏ ਸੁਖ ਨਾਹੀ। ਤਨ ਕੇ ਅੰਤ ਹੋਏ ਸੁਖ ਨਾਹੀ। ਜਦੋਂ ਤੁਹਾਡੇ ਸਰੀਰ ਦਾ ਅੰਤ ਹੋ ਗਿਆ ਫਿਰ ਸੁੱਖ ਨਹੀਂ ਕਿਸੇ ਨੂੰ ਮਿਲੇਗਾ, ਝਗੜਾ ਪਊ ਤੁਹਾਡੇ ਮਗਰੋਂ ਜੇ ਉਹਨੂੰ ਗੁਰੂ ਨਾ ਬਣਾਇਆ। ਵਧੇ ਸਪਰਦਾ ਭਰਾਤਨ ਦਿਖੇ। ਮਹਾਰਾਜ ਦੋਵਾਂ ਭਰਾਵਾਂ ਦੇ ਵਿੱਚ ਸਪਰਦਾ ਈਰਖਾ ਵੱਧ ਜੂਗੀ, ਐਵੇਂ ਲੜਦੇ ਝਗੜਦੇ ਰਹਿਣਗੇ ਸਦਾ ਤੁਹਾਡੇ ਮਗਰੋਂ। ਲਾਗ ਸੋਤ ਵੈਸੇ ਅਲਪ ਕੋ ਵਿਖੇ ਵਿਖੇ। ਤੁਹਾਡਾ ਜੋ ਛੋਟਾ ਪੁੱਤਰ ਸ੍ਰੀ ਹਰਿਕ੍ਰਿਸ਼ਨ ਸਾਹਿਬ ਹੈ, ਇਹਦੀ ਰਾਮ ਰਾਏ ਛੋਟੀ ਉਮਰ ਵੇਖੇਗਾ ਵੀ ਇਹ ਛੋਟੀ ਹੋਈ ਉਮਰ ਹੈ ਤੇ ਛੋਟਾ ਜਾਣ ਕੇ ਆਪਣੇ ਨਾਲੋਂ ਗੁਰਤਾ ਕੋ ਬੇਗਾਰ ਸ਼ਬਦ ਹੈ। ਗੁਰਤਾ ਗੱਦੀ ਦੀ ਜਿਹੜੀ ਮਰਿਆਦਾ ਬਣੀ, ਜੋ ਅਦਬ ਬਣਿਆ ਹੈ ਨਾ ਗੁਰਿਆਈ ਦਾ ਹੁਣ ਤੀਕਰ, ਮਹਾਰਾਜ ਜੇ ਰਾਮ ਰਾਏ ਨੂੰ ਗੁਰਿਆਈ ਨਾ ਦਿੱਤੀ ਤਾਂ ਉਹ ਸਾਰਾ ਵਿਗਾੜ ਕਰ ਦੂਗਾ। ਸ੍ਰੀ ਹਰਿਕ੍ਰਿਸ਼ਨ ਜੀ ਨੂੰ ਆਪਣਾ ਛੋਟਾ ਜਾਣ ਕੇ, ਭਰਾ ਵੀ ਛੋਟਾ ਭਰਾ ਏ, ਫਿਰ ਉਹਨਾਂ ਦੀ ਉਮਰ ਵੀ ਥੋੜੀ ਹੈ, ਗੁਰਤਾ ਗੱਦੀ ਦੀ ਵਡਿਆਈ ਅਦਬ ਸਤਿਕਾਰ ਸਭ ਵਿਗੜ ਜਾਏਗਾ, ਸਭ ਖਰਾਬ ਕਰ ਦੂ ਰਾਮ ਰਾਏ। ਬਾਲਕੋ ਕਰੇ ਆਪ ਹੀ ਲੈ ਹੈ। ਤੇ ਜਾਂ ਇਦਾਂ ਹੋਊਗਾ ਫਿਰ ਬਲ ਵਿਖਾ ਕੇ ਸਰਕਾਰ ਨਾਲ ਪੂਰੀ ਗੱਲ ਕਰਕੇ ਤੇ ਗੁਰਿਆਈ ਗੱਦੀ ਤੇ ਆਪ ਹੀ ਬੈਠ ਜਾਵੇ
ਤੇ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਲਾਂਭੇ ਕਰ ਦੇਵੇ, ਇਹਨਾਂ ਦਾ ਕੋਈ ਨੁਕਸਾਨ ਕਰ ਦੇਵੇ। ਕਿਉ ਪੁੱਤਰ ਨ ਮਹਿ ਦਵੈਸ ਉਪਾਵੈ। ਤੇ ਇਸ ਕਰਕੇ ਮਹਾਰਾਜ ਫਿਰ ਤੁਸੀਂ ਕਿਉਂ ਨਹੀਂ ਦੀਰਘ ਦ੍ਰਿਸ਼ਟੀ ਨਾਲ ਵਿਚਾਰ ਕੇ ਵੇਂਦੇ ਵੀ ਤੁਹਾਡੇ ਮਗਰੋਂ ਕੀ ਹੋ ਸਕਦਾ। ਆਪਣੇ ਪੁੱਤਰਾਂ 'ਚ ਦੋਵਾਂ ਭਰਾਵਾਂ 'ਚ ਕਾਹਦੇ ਲਈ ਤੁਸੀਂ ਐਵੇਂ ਨਾਹਕੀ ਦਵੈਸ਼ ਪਵਾਉਣਾ ਚਾਹੁੰਦੇ ਹੋ। ਅਨਬਨ ਰਚੋ ਕਸ਼ਟ ਮਹਿ ਪਾਵਹੁ। ਇਹ ਤਾਂ ਅਣਬਣ ਜੀ ਮਹਾਰਾਜ ਗੱਲ ਬਣਾ ਰਹੇ ਹੋ। ਆਪਣੇ ਛੋਟੇ ਪੁੱਤਰ ਨੂੰ ਕਸ਼ਟ 'ਚ ਹੀ ਪਾਓਗੇ ਜੇ ਗੁਰਿਆਈ ਤੇ ਬਿਠਾਵੋਗੇ। ਘਰ ਬਿਗੜੈ ਬਹਿ ਪਰਹਿ ਬਖੇਰਾ। ਘਰ ਬਿਗੜੈ ਬਹੁ ਪਰਹਿ ਬਖੇਰਾ। ਮਹਾਰਾਜ ਘਰ ਵਿਗੜ ਜੂ, ਸਾਰਾ ਖਿੱਲਰ ਜੂ ਸਭ ਕੁਝ, ਬਹੁਤਾ ਝਗੜਾ ਬਖੇੜਾ ਪੈ ਜਾਊਗਾ। ਇਸ ਵਿੱਚ ਕਿਆ ਭਲੋ ਤੁਮ ਹੇਰਾ। ਇਹ 'ਚ ਸਤਿਗੁਰੂ ਜੀ ਤੁਸੀਂ ਕੀ ਆਪਣਾ ਭਲਾ ਵੇਖਿਆ ਹੈ ਵੀ ਵੱਡੇ ਪੁੱਤਰ ਨੂੰ ਛੱਡ ਕੇ ਜਿਹੜਾ ਜੋਗ ਹੈ ਛੋਟੇ ਪੁੱਤਰ ਨੂੰ ਗੁਰਿਆਈ ਦੇਣੀ ਚਾਹ ਰਹੇ ਹੋ। ਜੇਸ਼ਟ ਕੋ ਜਗ ਗੁਰੂ ਬਨੀਜੈ। ਧੀਰਮਲ ਕਹਿੰਦਾ ਮੇਰੀ ਮੰਨੋ ਤਾਂ ਵੱਡੇ ਪੁੱਤਰ ਨੂੰ ਗੁਰੂ ਬਣਾ ਦਿਓ ਜਗਤ ਦਾ। ਲਗ ਤਿਸ ਕੇ ਅਨੁਸਾਰ ਕਰੀਜੈ। ਤੇ ਛੋਟੇ ਪੁੱਤਰ ਨੂੰ ਉਹਦੇ ਅਨੁਸਾਰ ਹੀ ਕਰ ਦਿਓ, ਉਹਦੇ ਅਧੀਨ ਕਰਕੇ ਉਹਦੇ ਨਾਲ ਮਿਲਾ ਦਿਓ। ਸਭ ਵਿਦ ਪੀਛੇ ਇਮ ਸੁਖ ਹੋਏ। ਇਸ ਤਰ੍ਹਾਂ ਫਿਰ ਸੁਖ ਹੋਊਗਾ, ਏਦਾਂ ਕੋਈ ਝਗੜਾ ਨਹੀਂ ਪਵੇਗਾ, ਹਰ ਤਰ੍ਹਾਂ ਕਰਕੇ ਸੁਖ ਮਾਣੋਗੇ। ਉਨ ਕਿਸ ਵਿਦ ਉਤਪਾਦ ਨ ਕੋਏ। ਧੀਰਮਲ ਕਹਿੰਦਾ ਫੇਰ ਨਹੀਂ ਕੋਈ ਝਗੜਾ, ਫੇਰ ਕੋਈ ਕਲੇਸ਼ ਨਹੀਂ ਪਵੇਗਾ ਘਰ ਵਿੱਚ। ਆਸੇ ਮਾਤ ਭਰਾਤ ਕੀ ਬਾਤ। ਗੁਰੂ ਹਰਿ ਸਾਹਿਬ ਜੀ ਨੇ ਜਦੋਂ ਆਪਣੀ ਮਾਤਾ ਨਿਹਾਲ ਕੌਰ ਆਪਣੇ ਭਰਾ ਦੀ ਗੱਲ ਸੁਣੀ, ਗੱਲਬਾਤ ਦੇ ਵਿੱਚ ਜੋ ਆਸ਼ਾ ਸੀ, ਜੋ ਚਾਹੁੰਦੇ ਸਨ, ਸੁਣ ਕੇ ਸ੍ਰੀ ਹਰਿ ਰਾਏ ਸੁਨੇ ਸਭ ਭਾਂਤ। ਮਹਾਰਾਜ ਚੋਪੀ ਰਹੇ ਵੀ ਚੰਗੀ ਤਰ੍ਹਾਂ ਕਹਿ ਹੀ ਲੈਣ ਦੇ ਇਹਨਾਂ ਨੂੰ, ਐਨ ਹਰ ਤਰ੍ਹਾਂ ਜੋ ਵੀ ਇਹਨਾਂ ਕਿਹਾ ਗੁਰੂ ਹਰਿ ਸਾਹਿਬ ਸੁਣਦੇ ਰਹੇ ਆਪਣੇ ਮਾਤਾ ਆਪਣੇ ਭਰਾ ਦੀ ਗੱਲ। ਕਹਿ ਕੋ ਗੁਰ ਹੋਏ ਕਰ ਤਿਆਰ। ਜਦੋਂ ਇਹ ਸਾਡੇ ਮਹਾਰਾਜ ਕਹਿੰਦੇ ਹੋਰ ਕੁਝ ਕਹਿੰਦੇ ਨੇ, ਬਸ ਇਹੀ ਹੈ ਮਹਾਰਾਜ। ਫਿਰ ਗੁਰੂ ਹਰਿ ਸਾਹਿਬ ਜੀ ਉੱਤਰ ਦੇਣ ਵਾਸਤੇ ਤਿਆਰ ਹੋਏ ਹਨ। ਜਥਾ ਜੋਗ ਸ੍ਰੀ ਪ੍ਰਭ ਕਰਤਾਰ। ਜਥਾ ਜੋਗ ਸ੍ਰੀ ਪ੍ਰਭ ਕਰਤਾਰ, ਭਾਵ ਗੁਰੂ ਸਾਹਿਬ ਜੋ ਕਰਤਾਰ ਦਾ ਰੂਪ ਨੇ, ਜੋ ਗੱਲ ਜੋਗ ਹੈ ਉਹ ਕਹਿੰਦੇ ਹਨ। ਦੋਹਰਾ ਸੁਨ ਮਾਤਾ ਭਰਾਤਾ ਸੁਬਹਿਤ। ਮਹਾਰਾਜ ਕਹਿਣ ਲੱਗੇ ਹੇ ਮਾਤਾ ਜੀ, ਹੇ ਮੇਰੇ ਸਿਆਣੇ ਵੱਡੇ ਭਰਾ ਧੀਰਮਲ ਜੀ, ਸੁਣ ਨਾ ਕਰੋ। ਇਹ ਨਹਿ ਕਿਸ ਕੇ ਹਾਥ। ਜਿਹੜੀਆਂ ਗੱਲਾਂ ਤੁਸੀਂ ਕਰਦੇ ਹੋ ਨਾ, ਗੁਰਿਆਈ ਉਹਨੂੰ ਦੇ ਦਿਓ, ਇਹਨੂੰ ਦੇ ਦਿਓ, ਇਹ ਸਾਡੇ ਵੀ ਹੱਥ ਵੱਸ ਨਹੀਂ ਹੈ, ਇਹ ਕਿਸੇ ਦੇ ਹੱਥ ਵੱਸ ਦੀ ਬਾਤ ਨਹੀਂ ਹੈ। ਕਰੇ ਉਪਾਇ ਨਾ ਪ੍ਰਾਪਤੀ ਦਾਤਾ। ਕਰੇ ਉਪਾਏ ਨਾ ਪ੍ਰਾਪਤੀ, ਇਹ ਤਾਂ ਕਿਸੇ ਦੇ ਉਪਾਵ ਕਰਨ ਨਾਲ ਗੁਰਿਆਈ ਦੀ ਪ੍ਰਾਪਤੀ ਨਹੀਂ ਹੁੰਦੀ। ਦਾਤਾ ਇੱਕ ਜਗਨਾਥ। ਇਹ ਤਾਂ ਇੱਕ ਜਗਤ ਦਾ ਮਾਲਕ ਪਰਮੇਸ਼ਰ ਹੀ ਇਹ ਵਡਿਆਈਆਂ ਦੇਣ ਨੂੰ ਦਾਤਾ ਹੈ। ਸਾਰੀਆਂ ਦਾਤਾਂ ਉਸ ਦੀਆਂ ਹਨ। ਇਹ ਗੁਰੂ ਹਰਿ ਸਾਹਿਬ ਜੀ ਅੱਗੇ ਹੋਰ ਵੀ ਵਿਸਥਾਰ ਨਾਲ ਉੱਤਰ ਦੇ ਰਹੇ ਨੇ ਵੀ ਇਹ ਭੁਲੇਖਾ ਹੈ ਨਾ ਇਹਨਾਂ ਨੂੰ, ਕਿਉਂਕਿ ਧੀਰਮਲ ਇਹਨਾਂ ਨੂੰ ਤੇ ਇਉਂ ਲੱਗਦਾ ਵੀ ਇਹ ਗੁਰਿਆਈ ਐਸ਼ਵਰਜ ਦੀ ਚੀਜ਼ ਹੈ। ਪ੍ਰਿਥੀ ਚੰਦ ਵੀ ਇਹੀ ਸਮਝਦਾ ਮਰ ਗਿਆ, ਸੜਦਾ ਹੀ ਰਿਹਾ, ਸੂਲ ਉੱਠ ਕੇ ਮਰਿਆ, ਕਦੀ ਸੁੱਖ ਨਹੀਂ ਮਾਣਿਆ। ਹਾਲਾਂਕਿ ਗੁਰੂ ਸਾਹਿਬ ਨੇ ਵੱਡਾ ਭਰਾ ਜਾਣ ਕੇ ਸਦਾ ਉਹਦਾ ਸਤਿਕਾਰ ਹੀ ਕੀਤਾ। ਇਸੇ ਤਰ੍ਹਾਂ ਧੀਰਮਲ ਵੀ ਚਾਹੁੰਦਾ ਰਿਹਾ, ਪਰ ਹੁਣ ਗੁਰੂ ਹਰਿ ਸਾਹਿਬ ਜੀ ਇਹ ਜੋ ਹੁੰਦਾ ਹੈ ਨਾ, ਕਈ ਵਾਰ ਇਹ ਸਿੱਖ ਜਿਹੜਾ ਚੰਗੀ ਤਰ੍ਹਾਂ ਸਮਝੇ ਨਾ ਵੀ ਵੇਖੋ ਜੀ, ਜੇ ਆਪਾਂ ਕਹਿ ਦਈਏ ਵੀ ਉਹ ਮਹਾਰਾਜ ਸਾਹਿਬ ਨੇ ਉਹਨਾਂ ਨੂੰ ਗੁਰਿਆਈ ਕਿਉਂ ਦਿੱਤੀ, ਇਹਨਾਂ ਨੂੰ ਕਿਉਂ ਦਿੱਤੀ, ਕਈ ਇੱਦਾਂ ਦੇ ਉਂਗਲ ਜੀ ਚੁੱਕਦੇ ਹਾਲਾਂ ਇਹੋ ਜਿਹੇ ਵੀ ਨਾਸਤਿਕ ਦੇ ਜੰਮੇ ਆ। ਅਸਲ 'ਚ ਇਹ ਤਾਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਤੇ 10ਵੇਂ ਪਾਤਸ਼ਾਹ ਦੇ ਗੁਰੂ ਗ੍ਰੰਥ ਸਾਹਿਬ ਹੋਣੇ, ਸਾਰਾ ਕੁਝ ਪਰਮੇਸ਼ਰ ਨੇ ਧੁਰੋਂ ਪਹਿਲਾਂ ਹੀ ਲਿਖ ਲਿਆ ਸੀ। ਆ ਕੋਈ ਬੰਦਾ ਨਿੱਕਾ ਜਿਹਾ ਕੋਈ ਕੰਮ ਹੀ ਬਣਾਉਣਾ, ਕੋਈ ਮਹਿਲ ਸਵਾਰਨਾ ਹੈ, ਪਹਿਲਾਂ ਨਕਸ਼ੇ ਬਣਾਉਂਦਾ ਨਾ, ਇੱਥੇ ਨੀਹਾਂ ਰੱਖਣੀਆਂ ਹੈ, ਇੱਥੇ ਨਹਾਉਣ ਵਾਲਾ, ਇੱਥੇ ਕੱਪੜੇ ਧੋਣ ਵਾਲਾ, ਇੱਥੇ ਰਸੋਈ, ਇੱਥੇ ਆਰਾਮ ਨੂੰ, ਇੱਥੇ ਬਹਿਣ ਨੂੰ ਥਾਂ ਬਣਾਉਣਾ, ਪਹਿਲਾਂ ਹੀ ਵਿਉਂਤ ਕਰਦੇ ਆ ਨਾ ਆਪਾਂ ਵੀ ਮਹਾਰਾਜ ਨੇ ਐਡਾ ਵੱਡਾ ਸਿੱਖੀ ਦਾ ਮਹੱਲ ਖੜਾ ਕਰਨਾ ਸੀ, ਪਰਮੇਸ਼ਰ ਨੇ ਕਦੇ ਵਿਉਂਤ ਹੀ ਨਹੀਂ ਬਣਾਈ, ਸਭ ਪਹਿਲਾਂ ਹੀ ਮਰਿਆਦਾ ਹੋ ਚੁੱਕੀ ਸੀ। ਪਹਿਲੇ ਜਾਮੇ 'ਚ ਗੁਰੂ ਨਾਨਕ ਸਾਹਿਬ, ਫਿਰ ਗੁਰੂ ਅੰਗਦ ਸਾਹਿਬ। ਇਹ ਕਹਿਣ ਨੂੰ ਆਪਾਂ ਕਹਿ ਦਿੰਦੇ ਜੀ ਉਹ ਤਾਂ ਵੇਖੋ ਜੀ ਉਹ ਦੇਵੀ ਦੁਆਰੇ ਜਾਂਦੇ ਸੀ ਪਹਿਲਾਂ, ਜਾਂ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਗਿਆਨ ਨਹੀਂ ਸੀ, ਨਹੀਂ, ਗਿਆਨ ਪਹਿਲਾਂ ਵੀ ਸੀ, ਉਹ ਗੁਪਤ ਰੱਖਿਆ ਸੀ, ਸਮੇਂ ਤੋਂ ਪਹਿਲਾਂ ਉਹ ਪ੍ਰਗਟ ਕਰਨ ਦਾ ਹੁਕਮ ਨਹੀਂ ਸੀ ਕੋ ਜਾਂ
ਉਹਦਾ ਮਹਾਰਾਜ ਬਸ ਵਿਖਾਉਣਾ ਇਹ ਸੀ ਵੀ ਗੁਰੂ ਤੋਂ ਬਿਨਾਂ ਕਲਿਆਣ ਨਹੀਂ ਹੈ, ਵੀ ਭਾਵੇਂ ਕੋਈ ਕਿੱਡਾ ਵੀ ਵੱਡਾ ਧਰਮੀ ਹੈ। ਇਸ ਕਰਕੇ ਐਵੇਂ ਦਸੇ ਹੀ ਸਰੂਪ ਗੁਰੂ ਮਹਾਰਾਜ ਸਾਹਿਬ ਪਹਿਲਾਂ ਹੀ ਬ੍ਰਹਮ ਗਿਆਨੀ ਸਨ, ਜਨਮ ਤੋਂ ਹੀ ਬ੍ਰਹਮ ਦਾ ਗਿਆਨ ਹੈ ਸਭ ਨੂੰ। ਇਹ ਨਹੀਂ ਵੀ ਗੁਰੂ ਨਾਨਕ ਸਾਹਿਬ ਤੋਂ ਬਾਅਦ ਜਿਹੜੇ ਹੋਏ ਵੀ ਉਹਨਾਂ ਨੂੰ ਕੋਈ ਪਿੱਛੋਂ ਗਿਆਨ ਹੋਇਆ, ਨਹੀਂ। ਉਹ ਜਦੋਂ ਸਮਾਂ ਆਇਆ ਪ੍ਰਗਟ ਹੋਣ ਦਾ, ਉਦੋਂ ਪਰਮੇਸ਼ਰ ਨੇ ਪ੍ਰਗਟ ਕੀਤਾ। ਤੇ ਸਾਰੀ ਮਰਿਆਦਾ ਇਹ ਸਭ ਵਿਉਂਤ ਕਿਵੇਂ ਕਿਵੇਂ ਹੋਣਾ ਹੈ, ਇਹ ਅਕਾਲ ਪੁਰਖ ਵਾਹਿਗੁਰੂ ਨੇ ਧੁਰੋਂ ਹੀ ਲਿਖੀ ਹੈ। ਤੇ ਇਹਦਾ ਜ਼ਿਕਰ ਉਦੋਂ ਵੀ ਆਇਆ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਿੱਛੇ ਆਪਾਂ ਕਥਾ ਸੁਣੀ ਵੀ ਮਾਈਆਂ ਕਹਿੰਦੀਆਂ ਸੀ ਸਾਡੇ ਪੁੱਤਰ ਨੂੰ ਗੁਰੂ ਬਣਾਓ। ਮਹਾਰਾਜ ਕਹਿੰਦੇ ਸਾਡੇ ਵੱਸ ਨਹੀਂ, ਜੇ ਹੁੰਦਾ ਤਾਂ ਫਿਰ ਕਰ ਦਿੰਦੇ, ਰੱਬੀ ਹੁਕਮ ਹੈ। ਐਵੇਂ ਹੁਣ ਗੁਰੂ ਹਰਿ ਸਾਹਿਬ ਕਹਿੰਦੇ ਹੇ ਮਾਤਾ ਨਿਹਾਲ ਕੌਰ ਜੀ, ਹੇ ਵੱਡੇ ਭਰਾ ਧੀਰਮਲ ਜੀ, ਤੁਸੀਂ ਸਿਆਣੇ ਤੇ ਬਹੁਤ ਹੋ, ਪਰ ਸਾਡੇ ਹੱਥ ਵੱਸ ਨਹੀਂ ਕੁਝ। ਵੀ ਜੇ ਸਾਡੇ ਵੱਸ ਹੋਵੇ ਤੁਹਾਡੀ ਗੱਲ ਵੀ ਮੰਨ ਲਈਏ, ਮਾਂ ਦੀ ਨਹੀਂ ਮੰਨਣੀ ਤਾਂ ਕਿਹਦੀ ਮੰਨਣੀ ਹੈ। ਪਰ ਇਹ ਪਰਮੇਸ਼ਰ ਦੇ ਵੱਸ ਦੀ ਬਾਤ ਹੈ। ਇਹ ਅਕਾਲ ਪੁਰਖ ਵੱਲੋਂ ਧੁਰੋਂ ਗਰਿਆਈ ਦੀ ਮਰਿਆਦਾ ਲਿਖੀ ਹੈ ਵੀ ਕਿੰਨੇ ਗੁਰੂ ਬਣਨਾ ਤੇ ਕਿੰਨੇ ਨਹੀਂ। ਇੱਦਾਂ ਆਪੋਂ ਦਾਤ ਨਹੀਂ ਕੋਈ ਲੈ ਸਕਦਾ। ਐਵੇਂ ਰਾਮ ਰਾਏ ਨੇ ਜੋ ਧਮਕੀ ਜਿਹੀ ਲਿਖ ਕੇ ਭੇਜੀ ਧੀਰਮਲ, ਉਸੇ ਨੂੰ ਗੁਰੂ ਸਾਹਿਬ ਤੱਕ ਲੈ ਕੇ ਆਇਆ ਵੀ ਉਹਨੂੰ ਗੁਰੂ ਬਣਾ ਦਿਓ। ਮਹਾਰਾਜ ਸਾਹਿਬ ਜੀ ਜਿਵੇਂ ਇਹਨਾਂ ਨੂੰ ਸਮਝਾਉਂਦੇ ਹੈ, ਸਮਝੇ ਤੋਂ ਨਹੀਂ ਸਮਝਦੇ ਤਾਂ ਇੱਥੋਂ ਕੀਰਤਪੁਰ ਸਾਹਿਬ ਨੂੰ ਚਲੇ ਜਾਣਗੇ। ਗੁਰੂ ਹਰਿ ਸਾਹਿਬ ਸੱਚੇ ਪਾਤਸ਼ਾਹ, ਇਹ ਜੋ ਸਤਿਗੁਰੂ ਹਰਿ ਸਾਹਿਬ ਜੀ ਦੇ ਪਾਵਨ ਜੀਵਨ ਦੇ ਪ੍ਰਸੰਗ ਆ ਰਹੇ ਨੇ, ਇਸ ਤੋਂ ਅੱਗੇ ਆਉਣ ਵਾਲੇ ਸਮੇਂ 'ਚ ਆਪਾਂ ਸਰਵਣ ਕਰਾਂਗੇ। ਸਤਿਗੁਰਾਂ ਦੇ ਪਾਵਨ ਇਤਿਹਾਸ ਦੀ ਵਿਚਾਰ ਕਰਦਿਆਂ, ਹਾਜ਼ਰੀ ਭਰਦਿਆਂ ਅਨੇਕਾਂ ਹੋਈਆਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ। ਗੁਰੂ ਮਹਾਰਾਜ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ। ਵਾਹਿਗੁਰੂ 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 ਦੋਹਰਾ ਸੁਨ ਮਾਤਾ ਭਰਾਤਾ ਸੁਮ੍ਰਿਤ ਇਹ ਨਹਿ ਕਿਸ ਕੇ ਹਾਥ ਕਰੈ ਉਪਾਏ ਨਾ ਪ੍ਰਾਪਤੀ ਦਾਤਾ ਇਕ ਜਗਨਾਥ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੋਬਿੰਦ ਹੈ ਗੋਪਾਲ ਹੈ ਦਇਆਲ ਲਾਲ ਪ੍ਰਾਨਨਾਥ ਅਨਾਥ ਸਖੇ ਦੀਨ ਦਰਦ ਨਿਵਾਰ हे ਸਮਰਾਥ ਅਗਮ ਪੂਰਨ ਮੋਹਿ ਮਇਆ ਧਾਰ ਅੰਧਕੂਪ ਮਹਾ ਭਿਆਨ ਨਾਨਕ ਪਾਰ ਉਤਾਰ ਆਏ
ਬਸਤ ਨਾਨਕ ਹੋਤ ਨਿਹਾਲ ਕਥਾ ਨਿਤਾ ਪ੍ਰਤ ਹੋਤ ਹੈ ਸੁਨ ਹੈ ਸਿੰਘ ਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ ਪਾਰੇ ਉਤਾਰਨ ਹਾਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ ਪਾਰੇ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ